करदा, सिस्टम विच पसरे भ्रिष्टाचार नूं उजागर करदा, धन कुबेरां, गैर समाजी तत्तां, प्रशासनिक अधिकारियां ते सियासतदानां दे गठजोड़ दा पर्दाफाश करदा, तत्थां सहित सही अते सटीक विश्लेषण पेश करदा। यह है टीवी पंजाबी दुनिया, अपनी बोली अपना मान। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬੀ ਦੁਨੀਆ ਪ੍ਰਾਈਮ ਟਾਈਮ ਸ਼ੋਅ ਲੈ ਕੇ ਅਸੀਂ ਤੁਹਾਡੀ ਸੇਵਾ 'ਚ ਹੋ ਗਏ ਜੀ ਹਾਜ਼ਰ। ਮੇਰੇ ਨਾਲ ਸਕਰੀਨ ਤੇ ਤੁਸੀਂ ਦੇਖ ਰਿਹਾ ਚੰਡੀਗੜ੍ਹ ਸਟੂਡੀਓ ਤੋਂ ਸੁਸ਼ੀਲ ਦਸਾਂਝ ਜੁੜ ਗਏ ਨੇ। ਉਹਨਾਂ ਨਾਲ ਭਾਰਤੀਆਂ ਤੇ ਦੁਨੀਆ ਦੀਆਂ ਕੁਝ ਖਬਰਾਂ ਤੇ ਕਰਾਂਗੇ ਚਰਚਾ। ਆਪਣੇ ਦਰਸ਼ਕਾਂ ਦਾ ਵੀ ਕਰਦੇ ਹਾਂ ਸਵਾਗਤ ਤੇ ਨਾਲ ਦਸਾਂਝ ਸਾਹਿਬ ਦਾ ਕਰਦੇ ਹਾਂ ਸਵਾਗਤ ਜੀ। बहुत मेहरबानी, बहुत शुक्रिया जी हरजीत गिल जी ते टीवी पंजाबी दुनिया के सारे दर्शकों का भी बहुत बहुत स्वागत है जी। प्यार भरी सत श्री अकाल, आदाब ते नमस्कार। ਦਸਾਂਝ ਸਾਹਿਬ ਆਪਾਂ ਸਭ ਤੋਂ ਪਹਿਲਾਂ ਸੰਗਰੂਰ ਦੀ ਚੋਣ ਦੀ ਗੱਲ ਕਰਦੇ ਹਾਂ ਕਿਉਂਕਿ ਪੰਜਾਬੀਆਂ ਦੇ ਵਿੱਚ ਅੱਜ ਉਹਦੀ ਖਾਸ ਚਰਚਾ ਸੀ। ਦੋ ਵੱਡੀਆਂ ਗੱਲਾਂ ਜਿਹੜੀਆਂ ਅੱਜ ਦੇ ਦਿਨ ਦੇ ਵਿੱਚ ਸਾਨੂੰ ਨਜ਼ਰ ਆ ਰਹੀਆਂ ਨੇ ਉਹ ਇਹ ਹੈ ਕਿ ਇੱਕ ਤਾਂ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਾਂਗਾ ਸੰਗਰੂਰ ਦੀ ਪੋਲਿੰਗ ਦੀ। थोड़ा जिहा उत्ते तुसीं अपने कमेंट दिओ कि की कारण है कि उत्थे पोलिंग बहुत घट हुई ते तुसीं उहनूं किस तरह देखते हो? देखो पोलिंग घट होना कोई एडा कोई अल्लोकार गल नहीं हुंदी, पर उहदा परसेंटेज इन्ना ज्यादा डिग जाना वो बड़ा हैरान करदा है। मतलब 72.40 पोलिंग सी पिछली बार लोक सभा चोणां दी ਤੇ ਉਹਦੀ ਥਾਂ ਦੇ ਉੱਤੇ ਕੋਈ 70% ਰਹਿ ਜਾਂਦੀ, 65% ਰਹਿ ਜਾਂਦੀ, 60% ਵੀ ਹੋ ਜਾਂਦੀ ਤਾਂ ਕੋਈ ਬਹੁਤੀ ਹੈਰਾਨੀ ਨਹੀਂ ਸੀ ਹੋਣੀ। ਮੌਸਮ ਕਰਕੇ ਤੇ ਝੋਨੇ ਦੀ ਲਵਾਈ ਕਰਕੇ, ਜਿਹੜਾ ਇਹ ਕਹਿ ਰਹੇ ਆ ਵੀ ਝੋਨੇ ਦੀ ਲਵਾਈ ਕਰਕੇ ਤੇ ਸਖਤ ਗਰਮੀ ਕਰਕੇ ਵੋਟ ਘਟੀ ਹੈ, ਪਰ ਸਖਤ ਗਰਮੀ ਕਰਕੇ ਤੇ ਝੋਨੇ ਦੀ ਲਵਾਈ ਕਰਕੇ ਵੀ ਲੋਕ ਬਿਜ਼ੀ ਹੈਗੇ ਆ ਤੇ ਫਿਰ ਵੋਟ 72.5% ਤੋਂ ਘਟ ਕੇ ਜੇ 60-65% ਵੀ ਆ ਜਾਂਦੀ ਤਾਂ ਕੋਈ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ ਸੀ ਹੋਣੀ ਵੀ ਚਲੋ ਠੀਕ ਹੈ। ਲੋਕਾਂ ਦੇ ਵਿੱਚ ਬਹੁਤਾ ਉਹਨਾਂ ਉਤਸ਼ਾਹ ਨਹੀਂ ਸੀ, ਝੋਨੇ ਦੀ ਲਵਾਈ ਸੀ, ਸਖਤ ਗਰਮੀ ਸੀ, ਇਸ ਕਰਕੇ ਸ਼ਾਇਦ ਵੋਟ ਘਟੀ ਹੈ। ਪਰ ਵੋਟ ਤਾਂ ਨੀਅਰ ਅਬਾਊਟ 48% ਯਾਨੀ 50% ਦੇ ਨੇੜੇ ਤੇੜੇ ਘਟ ਗਈ ਹੈ। 50% ਦੇ ਨੇੜੇ ਤੇੜੇ ਵੋਟ ਘਟਣਾ ਉਹ ਬਹੁਤ ਜ਼ਿਆਦਾ ਹੈਰਾਨੀ ਵੀ ਪੈਦਾ ਕਰਦਾ ਹੈ ਤੇ ਨਾਲ ਦੇ ਨਾਲ ਇਹ ਵੀ ਸਵਾਲ ਪੈਦਾ ਕਰਦਾ ਕਿ ਇਹ ਜਿਹੜੀ ਵੋਟ ਇੰਨੇ % ਘਟੀ ਹੈ 50% ਦੇ ਨੇੜੇ ਤੇੜੇ, ਤਾਂ ਇਹ ਵੋਟ ਘਟਣ ਦਾ ਨੁਕਸਾਨ ਕਿਹਨੂੰ ਹੋਏਗਾ, ਨੁਕਸਾਨ ਕਿਹਨੂੰ ਹੋਏਗਾ ਜਾਂ ਲਾਭ ਕਿਹਨੂੰ ਹੋਏਗਾ, ਇਹਦੇ ਤੇ ਚਰਚਾ ਆਪਾਂ ਬਾਅਦ ਚ ਕਰ ਲੈਂਦੇ ਹਾਂ। ਪਰ ਮੈਂ ਸਮਝਦਾ ਜਿਹੜਾ ਤੁਸੀਂ ਪੁੱਛਦੇ ਹੋ ਵੀ ਕੀ ਕਾਰਨ, ਤਾਂ ਇੱਕ ਕਾਰਨ ਤਾਂ ਇਹ ਹੈ ਕਿ ਜਿਹੜਾ ਖੁਦ ਕਹਿ ਰਹੇ ਨੇ ਰਾਜਨੀਤੀਵਾਨ ਵੀ ਕਹਿ ਰਹੇ ਨੇ ਤੇ ਸਰਕਾਰ ਵੱਲੋਂ ਵੀ ਜਾਂ ਆਮ ਆਦਮੀ ਪਾਰਟੀ ਵੱਲੋਂ ਵੀ ਕਿਹਾ ਗਿਆ ਵੀ ਝੋਨੇ ਦੀ ਲਵਾਈ ਸੀਗੀ ਤੇ ਦੂਜਾ ਸਖਤ ਗਰਮੀ ਸੀ, ਇਸ ਕਰਕੇ ਲੋਕ ਘਰਾਂ ਚੋਂ ਨਹੀਂ ਨਿਕਲੇ। ਇਹ ਇੱਕ ਫੈਕਟਰ ਤਾਂ ਹੋ ਸਕਦਾ ਤੇ ਇਸ ਫੈਕਟਰ ਦਾ ਅਸਰ ਜਿਹੜਾ ਆ 5-7% ਪੈ ਸਕਦਾ, ਪਰ ਬਾਕੀ ਜਿਹੜੀ ਵੋਟ ਘਟੀ ਹੈ 40% ਦੇ ਨੇੜੇ ਤੇੜੇ, 42% ਦੇ ਨੇੜੇ ਤੇੜੇ, ਜੇ ਅਸੀਂ 7-8% ਲਾ ਲਈਏ ਵੀ ਗਰਮੀ ਤੇ ਝੋਨੇ ਦੀ ਲਵਾਈ ਕਰਕੇ ਜਿਹੜੀ ਆ ਵੋਟ ਘਟੀ ਆ ਉਹ 7-8% ਲਾ ਲਈਏ ਤੇ ਬਾਕੀ 40-42% ਜਿਹੜੀ ਵੋਟ ਘਟੀ ਹੈ ਉਹ ਕਿੱਦਾਂ ਘਟ ਗਈ। ਤਾਂ ਮੇਰਾ ਮੰਨਣਾ ਹੈ ਕਿ ਲੋਕਾਂ ਦੇ ਵਿੱਚ ਕਾਫੀ ਖਾਸੀ ਨਿਰਾਸ਼ਤਾ ਰਹੀ ਹੈ। ਇਸ ਚੋਣ ਦੇ ਪ੍ਰਤੀ ਕੋਈ ਬਹੁਤ ਵੱਡਾ ਜਿਹੜਾ ਉਤਸ਼ਾਹ ਲੋਕਾਂ 'ਚ ਨਹੀਂ ਸੀਗਾ। ਇਸ ਗੱਲ ਨੂੰ ਪ੍ਰਮਾਣਿਤ ਕੀਤਾ ਜਿਸ ਦਿਨ ਭਗਵੰਤ ਮਾਨ ਹੋਰਾਂ ਨੇ ਰੋਡ ਸ਼ੋਅ ਵੀ ਕੀਤਾ ਸੀ ਤੇ ਕਿਸੇ ਕਿਸਮ ਦਾ ਕੋਈ ਹੁੰਗਾਰਾ ਉਹਨਾਂ ਨੂੰ ਨਹੀਂ ਮਿਲਿਆ, ਕੋਈ ਹੁੰਗਾਰਾ ਨਹੀਂ ਸੀ ਤੇ 2-3 ਥਾਵਾਂ ਦੇ ਉੱਤੇ ਸਗੋਂ ਉਹਨਾਂ ਦਾ ਵਿਰੋਧ ਵੀ ਹੋਇਆ। ਲੋਕ ਨਿਰਾਸ਼ ਸੀ ਇਸ ਗੱਲੋਂ ਵੀ ਸਰਕਾਰ ਆਈ ਆਮ ਆਦਮੀ ਪਾਰਟੀ ਦੀ ਤੇ ਜਿਹੜੇ ਦਾਅਵੇ ਵਾਅਦੇ ਕਰਕੇ ਸਰਕਾਰ ਆਈ ਸੀ ਉਹਦੇ ਮੁਤਾਬਕ ਇਹ ਸਰਕਾਰ ਨੇ ਕੰਮ ਨਹੀਂ ਕੀਤਾ, ਸੋ ਲੋਕਾਂ ਦੇ ਵਿੱਚ ਨਿਰਾਸ਼ਤਾ ਸੀ। पर एक सवाल यह पैदा होता है कि जो लोगों च निराशता सी ते सरदार सिमरनजीत सिंह मान का रोड शो इतना ज्यादा सफल किवें हो गया। लोग तो उस रोड शो के हुम के आए, खास तौर से यूथ आया, तो वो जवाब च मैं कहना यह चाहता है कि वो जो कुछ भी होया रोड शो वो एक खास ब्योतबंदी दे नाल कीता गया ते उहदे च
कोई हल्के दे ਇਹ नहीं कह सकते कि वो सारे ਜਿਹੜੇ नौजवान आए ਉਹਦੇ टी-शर्टां पा के सिद्धू मूसेवाले ਦੀਆਂ भी ਉਹ कोई ਇਸੇ ਹਲਕੇ ਦੇ ਸੀਗੇ। ਉਹ ਪੰਜਾਬ ਦੇ ਵਿੱਚੋਂ ਆਰਗੇਨਾਈਜ਼ ਕੀਤੇ ਗਏ, ਸਾਰੇ ਪੰਜਾਬ ਤੋਂ ਨੌਜਵਾਨ ਜਿਹੜੇ ਉਹਦੇ ਚ ਆਏ ਤੇ ਉਹ ਪੇਸ਼ ਏਦਾਂ ਕੀਤਾ ਗਿਆ ਕਿ ਸਿੱਧੂ ਮੂਸੇਵਾਲਾ ਦੀ ਜਿਹੜੀ ਇੱਕ ਪਪੂਲੈਰਿਟੀ ਹੈ ਉਹ ਸਾਰੀ ਸਿੱਧੂ ਮੂਸੇਵਾਲੇ ਦੀ ਇੱਕ ਸਿੰਪਥੀ ਦੇ ਵਿੱਚ, ਉਹ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ ਦਿਖਾਈ ਦਿੱਤੀ। ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਗਿਆ ਤੇ ਇਹ ਸਾਰਾ ਕੁਝ ਜਦੋਂ ਅਸੀਂ ਦੇਖ ਰਹੇ ਹਾਂ ਤੇ ਉਹਦੇ ਚ ਅਸੀਂ ਇਹ ਦੇਖ ਰਹੇ ਹਾਂ ਵੀ ਸਰਕਾਰ ਤੇ ਸਰਕਾਰ ਚਲਾਉਣ ਵਾਲੀ ਪਾਰਟੀ ਆਮ ਆਦਮੀ ਪਾਰਟੀ ਦੇ ਪ੍ਰਤੀ ਲੋਕਾਂ ਦੇ ਵਿੱਚ ਨਾਰਾਜ਼ਗੀ, ਓਵਰਆਲ ਪੋਲੀਟੀਕਲ ਸਿਸਟਮ ਜਿਸ ਕਿਸਮ ਦਾ ਸਾਡਾ ਹੈਗਾ ਉਹਦੇ ਪ੍ਰਤੀ ਵੀ ਲੋਕਾਂ ਦੇ ਵਿੱਚ ਨਿਰਾਸ਼ਤਾ ਤੇ ਇਹ ਮੰਨ ਕੇ ਚੱਲਣਾ ਲੋਕਾਂ ਦਾ ਵੀ ਇੱਥੇ ਕੁਝ ਨਹੀਂ ਬਦਲ ਸਕਦਾ। 3 ਮਹੀਨੇ ਪਹਿਲਾਂ ਇੱਕ ਬਦਲਾਅ ਦੀ ਉਮੀਦ ਦੇ ਵਿੱਚ ਲੋਕਾਂ ਨੇ ਵੋਟ ਕੀਤਾ। 3 ਮਹੀਨਿਆਂ ਦੇ ਵਿੱਚ ਹੀ ਲੋਕਾਂ ਦਾ ਨਿਰਾਸ਼ ਹੋ ਜਾਣਾ ਵੀ ਨਹੀਂ ਬਦਲ ਨਹੀਂ ਸਕਦਾ, ਅਸੀਂ ਤਾਂ ਬਦਲਾਅ ਲਈ ਵੋਟ ਪਾਈ ਸੀ ਪਰ ਬਦਲਿਆ ਕੁਝ ਨਹੀਂ, ਉਵੇਂ ਦਾ ਉਵੇਂ ਹੀ ਹੈ। ਤੇ ਇਸ ਕਰਕੇ ਲੋਕਾਂ ਦਾ ਬਹੁਤਾ ਨਾਂ ਨਿਕਲਣਾ ਘਰੋਂ ਇਹ ਕਾਫੀ ਜ਼ਿਆਦਾ ਜਿਹੜਾ ਆ ਸਵਾਲ ਪੈਦਾ ਕਰਦਾ ਵੀ ਇਸ ਜਮਹੂਰੀ ਪ੍ਰਕਿਰਿਆ ਦੇ ਵਿੱਚ ਜਿਹੜਾ ਚੋਣ ਅਮਲ ਸਾਡੇ ਹੈਗੇ ਆ, ਚਾਹੇ ਉਹ ਵਿਧਾਨ ਸਭਾ ਦੀਆਂ ਚੋਣਾਂ ਹੋਣ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ, ਇਹਨਾਂ ਚੋਣਾਂ ਦੇ ਦੌਰਾਨ ਲੋਕ ਕਦੋਂ ਕੀ ਰਿਐਕਟ ਕਰਦੇ ਆ, ਇਹ ਹੁਣ ਵੱਡਾ ਸਵਾਲ ਬਣ ਗਿਆ ਵੀ ਲੋਕਾਂ ਦੇ ਮਨ ਪੜ੍ਹੇ ਨਹੀਂ ਜਾ ਰਹੇ। ਪਿਛਲੀ ਵਾਰੀ ਵੀ ਲੋਕਾਂ ਦੇ ਮਨ ਪੜ੍ਹੇ ਨਹੀਂ ਜਾ ਸਕੇ ਵੀ ਇੰਨੇ ਵੱਡੇ ਪੱਧਰ ਤੇ ਅੰਡਰਕਰੰਟ ਸੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੀ ਨਤੀਜੇ ਜਿਹੜੇ ਆ ਉਹ ਹੈਰਾਨੀ ਪੈਦਾ ਕਰਨ ਵਾਲੇ ਆਏ। 92 ਸੀਟਾਂ ਆਮ ਆਦਮੀ ਪਾਰਟੀ ਜਿੱਤੀ। 3 ਮਹੀਨਿਆਂ ਬਾਅਦ ਹੀ ਲੋਕਾਂ ਦੇ ਮਨ ਨਹੀਂ ਪੜ੍ਹੇ ਜਾ ਸਕੇ ਵੀ ਉਹਨਾਂ ਦੇ ਮਨ 'ਚ ਕੀ ਹੈ, ਲੋਕ ਘਰਾਂ 'ਚੋਂ ਵੋਟ ਪਾਉਣ ਵਾਸਤੇ ਨਹੀਂ। ਜੀ ਦਸਾਂਝ ਸਾਹਿਬ, ਕੀ ਆਪਾਂ ਮਹਿਸੂਸ ਕਰਦੇ ਹਾਂ ਕਿ ਲੋਕ ਜਥੇਬੰਦਕ ਤੌਰ ਤੇ ਕਿਸ ਤਰ੍ਹਾਂ ਦਾ ਮੈਸੇਜ ਪਹੁੰਚ ਜਾਂਦਾ ਹੈ ਕਿ ਯਾਰ ਕੀ ਵੋਟ ਹੀ ਨਾ ਪਾਓ, ਨਿਕਲੋ ਹੀ ਨਾ? ਮਤਲਬ ਇਹ ਆ ਕਿ ਇਹਦੇ ਮਾਇਨੇ ਵੱਖ-ਵੱਖ ਲੋਕ ਵੱਖ-ਵੱਖ ਕੱਢ ਰਹੇ ਆ। ਜੇਕਰ ਸੱਚੀ ਮੁੱਚੀ ਨਿਰਾਸ਼ਤਾ ਵਾਲੀ ਗੱਲ ਹੋਵੇ ਤੇ ਲੋਕਾਂ 'ਚ ਰੋਸ ਹੋਵੇ ਇਸ ਗੱਲ ਦਾ ਕਿ ਆਮ ਆਦਮੀ ਪਾਰਟੀ ਨੇ ਕੀਤਾ ਕੁਝ ਨਹੀਂ ਆ, ਤਾਂ ਫਿਰ ਤਾਂ ਵਿਰੋਧ ਵਜੋਂ ਜਿੱਦਾਂ ਉਭਾਰਿਆ ਜਾ ਰਿਹਾ ਸੀਗਾ ਸਿਮਰਨਜੀਤ ਮਾਨ ਹੋਰਾਂ ਨੂੰ ਜਾਂ ਕਿਸੇ ਹੋਰ ਨੂੰ, ਫਿਰ ਵੋਟ ਉਹਨਾਂ ਨੂੰ ਪੈ ਜਾਂਦੀ ਲੋਕਾਂ ਦੀ। ਲੋਕ ਆਪਣਾ ਗੁੱਸਾ ਦਿਖਾ ਦਿੰਦੇ। ਲੋਕਾਂ ਦਾ ਕਿਸੇ ਨੂੰ ਵੀ ਵੋਟ ਨਾ ਪਾਉਣਾ, ਇੱਕ ਤਾਂ ਚਲੋ ਮੰਨ ਲਿਆ ਵੀ ਸਿਸਟਮ ਤੋਂ ਨਿਰਾਸ਼ ਨੇ ਲੋਕ, ਸਿਸਟਮ ਤੋਂ ਨਿਰਾਸ਼ ਨੇ। ਆਮ ਆਦਮੀ ਪਾਰਟੀ ਨਾਲ ਜਿਹੜਾ ਰੋਸ ਕਹਿਣਾ ਇਕੱਲਾ ਕਿ ਉਹਦਾ ਕਰਕੇ ਨਹੀਂ ਨਿਕਲੇ, ਮੈਨੂੰ ਲੱਗਦਾ ਕਿਤੇ ਨਾ ਕਿਤੇ 100% ਸੱਚਾਈ ਨਹੀਂ ਹੈ ਇਸ ਗੱਲ 'ਚ। ਕਾਰਨ ਕੁਝ ਹੋਰ ਵੀ ਹੋ ਸਕਦੇ ਆ। ਮੁੱਖ ਕਾਰਨ ਤੇ ਆ ਕਿ ਇਸ ਸਿਸਟਮ ਪ੍ਰਤੀ ਨਿਰਾਸ਼ਤਾ ਜਿਹੜੀ ਆ ਉਹ ਤੇ ਜੱਗ ਜਾ ਰਿਹਾ ਲੋਕਾਂ ਦੀ। ਪਰ ਫਿਰ ਵੀ ਮੈਂ ਇੱਕ ਚੀਜ਼ ਮੈਨੂੰ ਤੌਖਲਾ ਲੱਗਦਾ ਹੈ ਕਿ ਜਿੱਦਾਂ ਆਪਾਂ ਇੱਕ ਆਸਾਨ ਚੌਕਟੇ 'ਚ ਕਹਿ ਦਿੰਦੇ ਆ ਕਿ ਲੋਕ ਸੈਟਿਸਫਾਈ ਨਹੀਂ, ਲੋਕ ਇਸ ਕਰਕੇ ਨਿਕਲੇ ਹੀ ਨਹੀਂ। ਮੈਨੂੰ ਨਹੀਂ ਲੱਗਦਾ ਕਿ ਲੋਕ ਇਸ ਤਰ੍ਹਾਂ ਆਰਗੇਨਾਈਜ਼ ਵੇ ਨਾਲ ਕੋਈ ਇੱਦਾਂ ਦੀ ਕਾਲ ਹੋਵੇ ਜਾਂ ਕਿਸੇ ਵੱਲੋਂ ਜਥੇਬੰਦਕ ਤੌਰ ਤੇ ਕਿਹਾ ਵੀ ਯਾਰ ਕੀ ਵੋਟਾਂ ਹੀ ਨਾ ਪਾਓ। ਆਪਣੇ ਆਪ ਲੋਕ ਇੱਦਾਂ 100% ਮਤਲਬ 60-65% ਲੋਕ ਅਗਰ ਇੱਦਾਂ ਕਰ ਲੈਂਦੇ ਆ ਤੇ ਇਹ ਤੇ ਫਿਰ ਬੜਾ ਅਜੀਬ ਜਿਹਾ ਇੱਕ ਸਵਾਲ ਹੈ ਸਾਡੇ ਸਾਹਮਣੇ, ਬੜਾ ਅਜੀਬ ਸਵਾਲ ਹੈ। ਇਹਦੀ ਗੁੱਥੀ ਤਾਂ ਹੁਣ ਜਦੋਂ ਰਿਜ਼ਲਟ ਆਊ ਉਦੋਂ ਹੀ ਨਿਕਲੂਗੀ ਕੀ ਬਣਦਾ ਹੈ। ਤੇ ਦੂਜੇ ਪਾਸੇ ਭਗਵੰਤ ਮਾਨ ਨਾਲ ਲਾਸਟ ਮੂਮੈਂਟ ਤੇ ਇਲੈਕਸ਼ਨ ਕਮਿਸ਼ਨ ਨੂੰ 1 ਘੰਟਾ ਵਧਾਉਣ ਲਈ ਕਿਹਾ। ਕੇਵਲ ਸਿੰਘ ਢਿੱਲੋਂ ਦਾ ਬਿਆਨ ਆਇਆ ਕਿ ਨਹੀਂ ਜੀ ਇਹ ਹਾਰ ਵੇਖ ਕੇ ਆਪਣੀ ਜਿਹੜੀ ਬੁਖਲਾ ਗਏ ਨੇ, ਕੋਈ ਟਾਈਮ ਵਧਾਉਣ ਦੀ ਲੋੜ ਨਹੀਂ ਆ। ਪਰ ਵੋਟ ਪ੍ਰਤੀਸ਼ਤ ਘੱਟ ਹੋਣ ਦਾ ਮਤਲਬ ਇਹ ਨਹੀਂ ਆ ਕਿ ਕੇਵਲ ਸਿੰਘ ਢਿੱਲੋਂ ਨੂੰ ਕੋਈ ਫਾਇਦਾ ਹੋ ਰਿਹਾ ਜਾਂ ਸਿਮਰਨਜੀਤ ਮਾਨ ਨੂੰ ਕੋਈ ਫਾਇਦਾ ਹੋ ਰਿਹਾ। ਮਤਲਬ ਇਹ ਸਾਰਾ ਕੁਝ ਜੋ ਕੁਝ ਹੋਇਆ ਇਹਦਾ ਇਕੱਲਾ ਇੱਕੋ ਹੀ ਨਿਚੋੜ ਕੱਢ ਲੈਣਾ ਕਿ ਲੋਕ ਆਮ ਆਦਮੀ ਪਾਰਟੀ ਦੀ ਕਾਰਜਕਾਰੀ ਤੋਂ ਖੁਸ਼ ਨਹੀਂ ਤੇ ਇਸ ਕਰਕੇ ਵੋਟ ਪਾਉਣ ਨਹੀਂ ਨਿਕਲੇ, ਮੈਨੂੰ ਲੱਗਦਾ 100% ਦਰੁਸਤ ਪਹੁੰਚ ਨਹੀਂ ਹੈ। ਦੇਖੋ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਇਹ ਆ ਵੀ ਇਹ ਚੋਣ ਸਿਰਫ ਇੱਕ ਹਲਕੇ ਦੀ ਸੀ। ਇੱਕ ਹਲਕੇ ਦੀ ਚੋਣ ਜਦੋਂ ਹੁੰਦੀ ਹੈ ਤੇ ਉਦੋਂ ਸ਼ਾਇਦ ਲੋਕਾਂ ਦੇ ਵਿੱਚ ਉਸ ਕਿਸਮ ਦਾ ਉਤਸ਼ਾਹ ਹੁੰਦਾ ਨਹੀਂ ਜੀ। ਐਗਜ਼ੈਕਟਲੀ। ਦੂਜੀ ਗੱਲ ਇਹ ਕਿ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਚੋਣਾਂ ਜਾਂ ਪੰਚਾਇਤੀ ਚੋਣਾਂ ਦੇ ਵਿੱਚ ਫਰਕ ਹੁੰਦਾ ਹੈ, ਉਹ ਪੈਟਰਨ ਹੀ ਵੱਖਰੇ ਵੱਖਰੇ ਹੋ ਜਾਂਦੇ ਆ। ਤਾਂ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਹੈ ਕਿ ਕੋਈ ਚੋਣ ਸੀਗੀ ਤੇ ਇਹਦੇ ਨਾਲ ਕੋਈ ਬਦਲਣ ਵਾਲਾ ਨਹੀਂ ਸੀ। ਇਹ ਸੀਟ ਦਾ ਨਤੀਜਾ ਜੋ ਮਰਜ਼ੀ ਆ ਜਾਏ, ਇਹਦੇ ਨਾਲ ਕੋਈ ਨਾ ਤਾਂ ਪੰਜਾਬ ਸਰਕਾਰ ਦੇ ਉੱਤੇ ਕੋਈ ਅਸਰ ਪੈਣਾ, ਨਾ ਤਾਂ ਕੇਂਦਰ ਸਰਕਾਰ ਤੇ ਕੋਈ ਅਸਰ ਪੈਣਾ। ਇਹ ਵੀ ਇੱਕ ਕਾਰਨ ਰਿਹਾ ਵੀ ਹਾਂ ਲੋਕਾਂ ਨੂੰ ਕਿਹਾ ਕਿ ਕੱਲ੍ਹ ਹੀ ਇੰਨੀ ਗਰਮੀ ਦੇ ਵਿੱਚ ਬਾਹਰ ਨਿਕਲਣਾ। ਦੂਜੀ ਗੱਲ ਇਹ ਹੈ ਕਿ ਨਿਰਾਸ਼ਤਾ ਵਾਲੀ ਜਿਹੜੀ ਗੱਲ ਹੈ ਸਿਸਟਮ ਦੇ ਪ੍ਰਤੀ, ਉਹ ਇੰਨੀ ਜਲਦੀ ਕਿਉਂਕਿ ਜਿੰਨਾ ਉਤਸ਼ਾਹ ਜਿਹੜਾ ਵਿਧਾਨ ਸਭਾ ਚੋਣਾਂ ਦੇ ਵਿੱਚ ਦਿਖਾਈ ਦਿੱਤਾ ਸੀ
ਤੇ ਉਹ ਉਤਸ਼ਾਹ ਸਾਰਾ ਜਿਹੜਾ ਆ ਉਹ ਕਨਵਰਟ ਹੋਇਆ ਆਮ ਆਦਮੀ ਪਾਰਟੀ ਦੇ ਪੱਖ ਦੇ ਵਿੱਚ। ਇਸ ਕਰਕੇ ਮੈਂ ਕਹਿੰਦਾ ਕਿ ਜਿੰਨਾ ਉਤਸ਼ਾਹ ਉਹ ਸੀ 3 ਮਹੀਨੇ ਬਾਅਦ ਹੀ ਇੰਨਾ ਉਤਸ਼ਾਹ ਦਾ ਮੱਠਾ ਪੈ ਜਾਣਾ, ਇਹ ਸੰਕੇਤ ਇਸ ਗੱਲ ਦਾ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਦੇ ਪ੍ਰਤੀ ਤਾਂ ਲੋਕਾਂ ਦੇ ਵਿੱਚ ਗੁੱਸਾ ਜਿਹੜਾ ਆ ਉਹ ਲਾਜ਼ਮੀ ਦਿਖਾਈ ਦੇ ਰਿਹਾ ਤੇ ਉਹ ਪਰ ਗੁੱਸਾ ਰਿਐਕਟ ਨਹੀਂ ਕੀਤਾ ਉਹਨਾਂ ਨੇ। ਜਾਂ ਤਾਂ ਫਿਰ ਦੇਖੋ ਆਮ ਤੌਰ ਤੇ ਕੀ ਹੁੰਦਾ ਵੀ ਜੇ ਬਹੁਤ ਭਾਰੀ ਵੋਟਿੰਗ ਹੋ ਜਾਏ, ਬਹੁਤ ਜ਼ਬਰਦਸਤ ਵੋਟਿੰਗ ਹੋ ਜਾਏ, ਰਿਕਾਰਡ ਤੋੜ ਵੋਟਿੰਗ ਹੋ ਜਾਏ ਤਾਂ ਉਹਨੂੰ ਸਮਝਿਆ ਜਾਂਦਾ ਹੈ ਕਿ ਸੱਤਾ ਦੇ ਖਿਲਾਫ ਵੋਟ ਪਈ ਹੈ। ਹੁਣ ਸਥਿਤੀਆਂ ਉਲਟ ਹੋ ਰਹੀ। ਹੁਣ ਜੇ ਵੋਟ ਘਟੀ ਹੈ ਤਾਂ ਮੇਰਾ ਮੰਨਣਾ ਇਹ ਹੈ ਕਿ ਉਹ ਵੋਟ ਜਿਹੜੀ ਘਰੇ ਬਹਿ ਗਈ, ਗੁੱਸੇ 'ਚ ਤਾਂ ਸੀ ਉਹ, ਪਰ ਉਹ ਵੋਟ ਪਾਉਣਾ ਨਹੀਂ ਸੀ ਚਾਹੁੰਦੇ ਝਾੜੂ ਦੇ ਖਿਲਾਫ। ਵੋਟ ਝਾੜੂ ਦੇ ਖਿਲਾਫ ਨਹੀਂ ਸੀ ਪਾਉਣਾ ਚਾਹੁੰਦੇ। ਇੱਕ ਵਾਰੀ ਪਾ ਦਿੱਤੀ ਝਾੜੂ ਨੂੰ ਤੇ ਹੁਣ ਕਹਿੰਦੇ ਸੀ ਇਹਨੂੰ ਚੰਗਾ ਘਰ ਬਹਿ ਜਾਂਦੇ ਆ, ਚਲੋ ਇਹਨਾਂ ਦੇ ਖਿਲਾਫ ਦੀ ਵੋਟ ਪਾਉਂਦੇ, ਹਾਲੇ ਵੋਟ ਦੇਖ ਲੈਂਦੇ ਆ। ਪਰ ਵੋਟ ਨਾ ਪਾਉਣਾ ਵੀ ਝਾੜੂ ਦੇ ਜਾਂ ਕਹਿ ਲਓ ਵੀ ਆਮ ਆਦਮੀ ਪਾਰਟੀ ਦੇ ਜਾਂ ਜਿਹਨੂੰ ਪਹਿਲਾਂ ਵੋਟ ਕੀਤਾ ਉਹਦੇ ਖਿਲਾਫ ਨਹੀਂ ਹੈ। ਮੈਂ ਸੱਚੀ ਉਹ ਮੰਨ ਕੇ ਚੱਲਦਾ ਕਿ ਜੇ 1% ਵੋਟ ਜਿਹੜੀ ਨਹੀਂ ਪਈ, ਜਿਹੜੀ ਪਿਛਲੀ ਵਾਰੀ ਪਈ ਸੀ, ਤਾਂ ਉਹਦੇ ਚ ਵੱਡਾ ਹਿੱਸਾ ਵੋਟ ਪਿਛਲੀ ਵਾਰੀ ਉਹ ਆਮ ਆਦਮੀ ਪਾਰਟੀ ਨੂੰ ਪਿਆ। ਮੇਰਾ ਮੰਨਣਾ ਇਹ ਹੈ। ਹੁਣ 2 ਕਾਰਨ ਮੈਂ ਹੋਰ ਦੱਸ ਦਿੰਦਾ ਵੀ ਇਹਦੇ ਚ ਕਿਹੜੇ ਲੋਕ ਨਹੀਂ ਨਿਕਲੇ ਬਹੁਤੇ ਵੋਟ ਪਾਉਣ। ਤਾਂ ਬਜ਼ੁਰਗ ਨਹੀਂ ਨਿਕਲੇ, ਜਿਨ੍ਹਾਂ ਬਜ਼ੁਰਗਾਂ ਨੇ ਪਿਛਲੀ ਵਾਰ ਖਿੱਚ ਕੇ ਵੋਟ ਝਾੜੂ ਖਿੱਚ ਕੇ, ਅਕਾਲੀਆਂ ਤੋਂ ਖਿੱਚ ਕੇ, ਕਾਂਗਰਸੀਆਂ ਤੋਂ ਖਿੱਚ ਕੇ, ਜਿਨ੍ਹਾਂ ਨੇ ਲੰਮਾ ਸਮਾਂ ਦੇਖਿਆ, ਬੀਜੇਪੀ ਤੋਂ ਖਿੱਚ ਕੇ, ਜਿਨ੍ਹਾਂ ਨੇ ਲੰਮਾ ਸਮਾਂ ਦੇਖਿਆ ਕਿ ਇਹ ਕਰ ਕੀ ਰਹੇ ਆ ਸਾਡੇ ਨਾਲ, ਵੀ ਇਹ ਨਹੀਂ ਆਉਣ ਦੇਣੇ ਜੋ ਮਰਜ਼ੀ ਹੋ ਜਾਵੇ, ਉਹਨਾਂ ਨੇ ਨੈਗੇਟਿਵ ਵੋਟ ਜਿਹਨੂੰ ਮੈਂ ਕਹਿੰਦਾ ਉਹਨਾਂ ਨੇ ਖਿੱਚ ਕੇ, ਜਿਹੜੇ ਪੱਕੇ ਕਾਂਗਰਸੀ ਰਹੇ, ਪੱਕੇ ਅਕਾਲੀਆਂ ਨੂੰ ਵੋਟ ਪਾਉਂਦੇ ਰਹੇ, ਉਹਨਾਂ ਨੇ ਖਿੱਚ ਕੇ ਇਹਨਾਂ ਦੇ ਖਿਲਾਫ ਵੋਟ ਪਾਈ ਝਾੜੂ। ਇੱਕ ਤਾਂ ਉਹ ਨਹੀਂ ਨਿਕਲੇ, ਦੂਜਾ ਕੌਣ ਨਹੀਂ ਨਿਕਲਿਆ, ਦੂਜੀ ਜਿਹੜੀਆਂ ਬੀਬੀਆਂ ਭੈਣਾਂ ਸਾਡੀਆਂ ਘੱਟ ਨਿਕਲੀਆਂ। ਉਹ ਵੀ ਇਸ ਕਰਕੇ ਘੱਟ ਨਿਕਲੀਆਂ ਵੀ ਇਹਨਾਂ ਨੇ ਸਾਡੇ ਨਾਲ ਗਰੰਟੀ ਕੀਤੀ ਸੀ 1000 ਰੁਪਇਆ ਦੇਵਾਂਗੇ, ਤੇ ਸਰਕਾਰ ਬਣਨ ਤੋਂ ਬਾਅਦ ਕਹਿੰਦੇ ਖਜ਼ਾਨਾ ਹੀ ਖਾਲੀ ਹੈ, ਜਦੋਂ ਖਜ਼ਾਨੇ ਭਰ ਜਾਣਗੇ ਕੀ ਦੇਵਾਂਗੇ। ਉਹਨਾਂ 'ਚ ਵੀ ਕੋਈ ਉਤਸ਼ਾਹ ਨਹੀਂ ਸੀ। ਹੁਣ ਇਹਦਾ ਨੁਕਸਾਨ ਕਿਹਨੂੰ ਹੋਇਆ? ਆਮ ਆਦਮੀ ਪਾਰਟੀ ਨੂੰ, ਕਿਉਂਕਿ ਸਾਰੀ ਵੋਟ ਪਿਛਲੀ ਵਾਰੀ ਝਾੜੂ ਹੋਈ। ਅੱਛਾ, ਜਿਹੜੀ ਯੂਥ ਦੀ ਵੋਟ ਪਈ ਸੀ ਆਮ ਆਦਮੀ ਪਾਰਟੀ ਨੂੰ, ਉਹ ਜਿੰਨਾ ਵੀ ਯੂਥ ਸੀ ਉਹਦੇ ਤੋਂ ਵੱਡਾ ਹਿੱਸਾ ਜੋ ਦਿਖਾਈ ਦਿੰਦਾ, ਜਿੱਦਾਂ ਪੇਸ਼ ਕੀਤਾ ਜਾ ਰਿਹਾ, ਉਹ ਨਿਕਲਿਆ ਸਿਮਰਜੀਤ ਸਿੰਘ ਮਾਨ ਦੇ ਹੱਕ ਦੇ ਵਿੱਚ। ਦੇਖੋ ਪਿਛਲੀ ਵਾਰੀ ਜਿਹੜੀ ਨੌਜਵਾਨ ਜਿਹੜੇ ਬੱਚੇ ਸੀ ਉਹਨਾਂ ਨੇ ਵੀ ਝਾੜੂ ਨੂੰ ਵੋਟ ਪਾਈ, ਉਹ ਐਤਕੀ ਖਿੰਡ ਗਈ। ਉਹਦਾ ਇੱਕ ਵੱਡਾ ਹਿੱਸਾ, ਮੈਂ ਸਾਰਾ ਤਾਂ ਨਹੀਂ ਕਹਿੰਦਾ, ਇੱਕ ਵੱਡਾ ਹਿੱਸਾ ਸਿਮਰਜੀਤ ਸਿੰਘ ਮਾਨ ਲੈ ਗਏ। ਤੇ ਜਿਹੜੀ ਬਜ਼ੁਰਗਾਂ ਦੀ ਤੇ ਔਰਤਾਂ ਦੀ ਵੋਟ ਸੀ ਉਹ ਜਿਹੜੀ ਘਰੇ ਬਹਿ ਗਈ, ਉਹਦਾ ਨੁਕਸਾਨ ਵੀ ਆਮ ਆਦਮੀ ਪਾਰਟੀ ਨੂੰ। ਤੋਂ ਬੜਾ ਦਿਲਚਸਪ ਤੇ ਟਫ ਜਿਹਾ ਮੁਕਾਬਲਾ ਇਹ ਬਣ ਗਿਆ। ਮੈਂ ਨਹੀਂ ਕਹਿੰਦਾ ਕਿ ਆਮ ਆਦਮੀ ਪਾਰਟੀ ਇਹ ਸੀਟ ਹਾਰ ਜਾਏਗੀ, ਪਰ ਜੇ ਆਮ ਆਦਮੀ ਪਾਰਟੀ ਇਹ ਸੀਟ ਜਿੱਤੇਗੀ ਵੀ ਤਾਂ ਬਹੁਤ ਮਾਈਨਰ ਮਾਰਜਨ ਨਾਲ ਜਿੱਤੇਗੀ। ਦੇਖੋ ਗੱਲ ਆ ਵੀ ਪਿਛਲੀ ਵਾਰੀ ਜੇ ਵਿਧਾਨ ਸਭਾ ਦੇ ਹਿਸਾਬ ਨਾਲ ਲਾਈਏ ਤਾਂ 3,74,000 ਦੀ ਲੀਡ ਸੀ ਆਮ ਆਦਮੀ ਪਾਰਟੀ ਦੇ 9 ਹਲਕਿਆਂ ਦੇ ਹਿਸਾਬ ਨਾਲ। 9 ਹਲਕਿਆਂ ਦੇ ਵਿੱਚ ਲੀਡ ਬਣਦੀ ਆ ਆਮ ਆਦਮੀ ਪਾਰਟੀ ਦੀ 3,74,000। ਤੇ ਐਤਕੀ ਦਾ ਟੋਟਲ ਵੋਟ ਜਿਹੜੀ 5.5 ਲੱਖ ਪਈ ਹੋਣੀ ਆ, ਉਹਦਾ ਅੰਕੜਾ ਮੇਰੇ ਸਾਹਮਣੇ ਤਾਂ ਹੈ ਨਹੀਂ। 5.5 ਮਤਲਬ 15 ਲੱਖ ਤੋਂ ਜ਼ਿਆਦਾ ਵੋਟ ਹੈ ਸੰਗਰੂਰ ਦੀ। ਪਿਛਲੀ ਵਾਰੀ 11 ਲੱਖ ਤੋਂ ਜ਼ਿਆਦਾ ਵੋਟ ਪਈ, ਜੇ ਚੋਂ 37% ਲੈ ਗਏ ਭਗਵੰਤ ਮਾਨ। 37% ਵੋਟ ਜਿਹਦੇ ਤੋਂ ਭਗਵੰਤ ਮਾਨ ਲੈ ਗਏ, 1,10,000 ਤੇ ਸੀਟ ਤੇ ਜਿੱਤੇ। ਤੇ ਹੁਣ ਪਿਛਲੀ ਵਾਰੀ 37% ਵੋਟ ਕੱਲੀ ਭਗਵੰਤ ਮਾਨ ਨੂੰ ਪਈ ਸੀ, ਐਤਕੀ 37% ਵੋਟ ਟੋਟਲ ਨਹੀਂ ਪਈ। ਇਹਦਾ ਨੁਕਸਾਨ ਇਹ ਤਾਂ ਹੁਣ ਦੇਖਣਾ ਪਊਗਾ। ਬਾਕੀ ਬੜਾ ਲੋਕਾਂ ਦੇ ਮਨ 'ਚ ਕੀ ਹੈ ਤਾਂ ਕੀ ਕੀਤਾ ਲੋਕਾਂ ਨੇ, ਕੀ ਨਹੀਂ ਕੀਤਾ। ਉਹ ਪਿਛਲੇ ਕਹਿ ਲਓ ਵੀ 5-10 ਸਾਲ ਤੋਂ ਜਿਹੜਾ ਆ ਉਹ ਸਾਰੀਆਂ ਸਾਡੀਆਂ ਪੇਸ਼ੀਨ ਗੋਈਆਂ ਜਿਹੜੀਆਂ ਆ ਉਹ ਗਲਤ ਸਾਬਤ ਕੀਤੀਆਂ ਪੰਜਾਬੀਆਂ ਨੇ। ਹੁਣ ਦੇਖਦੇ ਆ ਕੱਲ ਨੂੰ ਕਿਸ ਤਰ੍ਹਾਂ ਦੀ, ਪਰਸੋਂ ਕਿਸ ਤਰ੍ਹਾਂ ਦੀ ਚੀਜ਼ਾਂ। ਬਿਲਕੁਲ ਦਸਾਂਝ ਸਾਹਿਬ। ਔਰ ਦੂਜੀ ਗੱਲ ਜਿਹੜੀ ਤੁਸੀਂ ਮੈਨੂੰ ਕਹੀ ਆ, ਦੇਖੋ ਜਿਹੜੀ ਗਰਮੀ ਦਾ ਫੈਕਟਰ ਆ, ਮੈਨੂੰ ਲੱਗਦਾ ਹੈ ਕਿ ਪੰਜਾਬੀ ਇੰਨੇ ਸੋਹਲ ਅਜੇ ਨਹੀਂ ਆ ਕਿ ਉਹ ਗਰਮੀ ਕਰਕੇ ਘਰੋਂ ਨਾ ਨਿਕਲੇ ਹੋਣ। ਹਾਂ,
ਝੋਨੇ ਦੀ ਲਵਾਈ ਦਾ ਸੀਜ਼ਨ ਇੱਕ ਫੈਕਟਰ ਹੋ ਸਕਦਾ ਆ, ਜਿਹਦੇ ਕਰਕੇ ਜਿਹੜਾ ਖੇਤ ਮਜ਼ਦੂਰ ਹੈ ਜਾਂ ਕਿਸਾਨ ਹੈ ਉਹ ਬਹੁਤ ਜ਼ਿਆਦਾ ਬਿਜ਼ੀ ਆ। ਇਹ ਚੀਜ਼ ਦਾ ਅੰਦਾਜ਼ਾ ਆਪਾਂ ਥੋੜਾ ਜਿਹਾ ਸ਼ਹਿਰੀ ਪੇਂਡੂ ਵੋਟ ਦਾ ਜਦੋਂ ਕੰਪੈਰੀਜ਼ਨ ਕਰਾਂਗੇ ਨਾ, ਕੱਲ ਨੂੰ ਡਿਟੇਲ ਹੋਰ ਆਉਣਗੀਆਂ ਜਿਸ 'ਚ ਪਤਾ ਲੱਗੂ ਕਿੰਨੇ % ਜਿਹੜਾ ਵਪਾਰੀ ਵਰਗ ਨਿਕਲਿਆ ਜਾਂ ਸ਼ਹਿਰੀ ਵਰਗ ਨਿਕਲਿਆ, ਜਾਂ ਫਿਰ ਅੱਗੇ ਜਿਸ ਤਰ੍ਹਾਂ ਦਾ ਐਨਾਲਿਸਿਸ ਆਉਂਦੇ ਆ ਜਾਤ ਆਧਾਰਿਤ, ਧਰਮ ਆਧਾਰਿਤ ਕਿੰਨੇ ਤਰ੍ਹਾਂ ਦੇ ਲੋਕ ਨਿਕਲੇ, ਕਿਹੜੇ ਨਹੀਂ ਨਿਕਲੇ, ਉਹ ਤੋਂ ਵੀ ਕੁਝ ਅੰਦਾਜ਼ੇ ਲੱਗਣਗੇ। ਪਰ ਜਿਹੜਾ ਪੇਂਡੂ ਭਾਈਚਾਰਾ ਆ ਉਹਨਾਂ ਦਾ ਇਹ ਕਹਿ ਦੇਣਾ ਕਿ ਉਹ ਗਰਮੀ ਕਰਕੇ ਨਹੀਂ ਨਿਕਲੇ, ਇਹ ਕਿਤੇ ਬਹੁਤਾ ਢੁਕਵਾਂ ਜਿਹਾ ਗੱਲ ਨਹੀਂ ਗੀ। ਪੇਂਡੂ ਲੋਕ ਗਰਮੀ ਦਾ ਜਿਹੜਾ ਪ੍ਰਵਾਹ ਨਹੀਂ ਕਰਦੇ ਹੁੰਦੇ। ਹਾਂ, ਸੀਜ਼ਨ ਹੈ ਝੋਨੇ ਦਾ, ਕੰਮ 'ਚ ਬਿਜੀ ਆ, ਇਹ ਗੱਲ ਜ਼ਰੂਰ ਹੈ। ਦੂਜਾ ਤੁਹਾਡਾ ਜਿਹੜਾ ਤੁਸੀਂ ਮੈਨੂੰ ਦੱਸਿਆ ਫੈਕਟਰ ਬਜ਼ੁਰਗਾਂ ਵਾਲਾ, ਉਹ ਵੀ ਕਿਤੇ ਨਾ ਕਿਤੇ ਕਾਰਗਰ ਲੱਗਦਾ। ਲੋਕਾਂ 'ਚ ਨਿਰਾਸ਼ਤਾ ਤੇ ਹੋਏਗੀ, ਪਰ ਨਾਲ ਦੀ ਨਾਲ ਲੋਕ ਇਹ ਵੀ ਚਾਹ ਰਹੇ ਆ ਕਿ ਜੇ ਆਮ ਆਦਮੀ ਪਾਰਟੀ ਨੂੰ ਅਸੀਂ ਵੋਟ ਨਹੀਂ ਪਾ ਕੇ ਆਪਣਾ ਥੋੜਾ ਜਿਹਾ ਗੁੱਸਾ ਸ਼ੋਅ ਕਰਦੇ ਆ, ਤੇ ਹੋ ਸਕਦਾ ਕਿ ਇਹਦੇ ਤੋਂ ਉਹ ਕੁਝ ਸਬਕ ਸਿੱਖਣ ਕਿ ਤੁਹਾਨੂੰ ਕੋਈ ਹੀ ਗਰੰਟੀ ਨਹੀਂ ਦੇਤੀ ਲਿਖ ਕੇ ਕਿ ਹਮੇਸ਼ਾ ਤੁਸੀਂ ਸਾਡੇ ਮਤਲਬ ਰਾਜ ਕਰਨ ਦਾ ਠੇਕਾ ਲੈ ਲਿਆ, ਜਿੱਦਾਂ ਪਿਛਲੀਆਂ ਸਰਕਾਰਾਂ ਸਮਝਦੀਆਂ ਸੀ ਕਿ ਸਾਡੇ ਬਗੈਰ ਤਾਂ ਪੰਜਾਬ ਚੱਲ ਹੀ ਨਹੀਂ ਸਕਦਾ। ਤੇ ਕਿਤੇ ਇਹ ਭੁਲੇਖਾ ਵੀ ਨਾ ਰਹਿ ਜੇ ਭਗਵੰਤ ਮਾਨ ਦੀ ਟੀਮ ਨੂੰ ਜਾਂ ਕੇਜਰੀਵਾਲ ਹੋਰਾਂ ਨੂੰ ਕਿ ਪੰਜਾਬੀ ਹੁਣ ਸਾਡੇ ਜਲ ਖਰੀਦ ਹੋ ਗਏ ਆ। ਇੱਕ ਸੰਕੇਤ ਮਾਤਰ ਸੁਨੇਹਾ ਤੇ ਹੋ ਸਕਦਾ, ਪਰ ਮੈਂ ਸੰਗਰੂਰ ਵਰਗਾ ਜ਼ਿਲ੍ਹਾ ਜਿਹੜਾ ਪੇਂਡੂ ਜ਼ਿਲ੍ਹਾ ਤੇ ਜਿਹੜਾ ਥੋੜਾ ਜਿਹਾ ਭਾਵਕ ਤੌਰ ਤੇ ਲੋਕ ਵਹਿਣ 'ਚ ਵਹਿ ਜਾਂਦੇ ਆ ਜਜ਼ਬਾਤਾਂ ਦੇ 'ਚ, ਉਹਨਾਂ ਤੋਂ ਇਦਾਂ ਦੀ ਤੋਕੋ ਨਹੀਂ ਕਰਦਾ। ਕੋਈ ਇੰਨਾ ਜ਼ਿਆਦਾ ਸੋਚ ਕੇ ਵੋਟ ਨਹੀਂ ਪਾਉਣਗੇ ਕਿ ਅਸੀਂ ਸੰਕੇਤਕ ਤੌਰ ਤੇ ਭਗਵੰਤ ਮਾਨ ਨੂੰ ਸੁਨੇਹਾ ਦੇਣਾ ਚਾਹੁੰਦੇ ਆ, ਜਾਂ ਫਿਰ ਸਾਨੂੰ ਨਹੀਂ ਲੱਗਦਾ ਵੋਟਰ ਸੱਚੀ ਇੰਨਾ ਸਿਆਣਾ ਹੋ ਗਿਆ। ਦੇਖੋ, ਜਿਹੜਾ ਫੈਕਟਰ ਗਰਮੀ ਵਾਲਾ ਨਾ ਜਾਂ ਝੋਨੇ ਦੀ ਲਵਾਈ ਵਾਲਾ, ਇਹ ਗੱਲ ਤੁਹਾਡੀ ਠੀਕ ਹੈ ਕਿ ਕੋਈ ਪੰਜਾਬੀ ਇੰਨੇ ਵੀ ਨਹੀਂ ਸੋਚ ਲੈ ਗਏ। ਜਦੋਂ ਮਤਲਬ ਭਾਵੇਂ ਬਾਕੀ ਪੰਜਾਬ 'ਚ ਵੀ ਆਰਗੇਨਾਈਜ਼ ਕੀਤਾ ਹੋਊਗਾ, ਜਿਹੜਾ ਰੋਡ ਸ਼ੋ ਸਿਮਰਜੀਤ ਸਿੰਘ ਮਾਨ ਦਾ ਸੀਗਾ, ਉਹ ਕਾਫੀ ਸਫਲ ਰਿਹਾ। ਤੇ ਉਦੋਂ ਤਾਂ ਗਰਮੀ 46-47 ਡਿਗਰੀ ਤੱਕ ਪਹੁੰਚਿਆ ਸੀ ਤਾਪਮਾਨ। ਕੱਲ ਤਾਂ ਤਾਪਮਾਨ ਵੀ 10% ਘੱਟ ਸੀ। ਕੱਲ ਤਾਂ ਇੰਨੀ ਗਰਮੀ ਵੀ ਹੈ ਨਹੀਂ ਸੀ ਇੱਥੇ, ਮੌਸਮ ਉਸ ਕਿਸਮ ਦਾ ਨਹੀਂ ਸੀ ਕਿ ਬੜੀ ਸਖਤ ਗਰਮੀ ਪੈ ਰਹੀ ਆ। 35 ਤੋਂ 50 ਡਿਗਰੀ ਤੱਕ ਤਾਪਮਾਨ ਰਿਹਾ ਕੱਲ, ਕਹਿੰਦੇ। ਇਸ ਕਰਕੇ ਗਰਮੀ ਵਾਲੀ ਕੋਈ ਬਹੁਤੀ ਗੱਲ ਨਹੀਂ ਹੈ। ਜਿਹੜੀ ਝੋਨੇ ਦੇ ਸੀਜ਼ਨ ਵਾਲੀ ਜਾਂ ਝੋਨੇ ਦੀ ਲਵਾਈ ਵਾਲਾ ਮਾਮਲਾ, ਮੈਂ ਬਹੁਤਾ ਮੁਤਫਿਕ ਨਹੀਂ ਹੈ। ਉਹ ਆ ਵੀ ਖੇਤ ਮਜ਼ਦੂਰ ਲਾ ਰਿਹਾ ਨਾ ਝੋਨਾ, ਤੇ ਉਹ ਖੇਤ ਮਜ਼ਦੂਰ 'ਚ ਵੀ ਵੱਡੀ ਤਾਦਾਦ ਅੰਤਰਰਾਜੀ ਮਜ਼ਦੂਰਾਂ ਦੀ ਹੈ। ਪੰਜਾਬੀ ਖੇਤ ਮਜ਼ਦੂਰ ਘੱਟ ਹੈ ਝੋਨੇ ਦੀ ਲਵਾਈ ਦੇ ਵਿੱਚ, ਪਰ ਜਿੰਨੇ ਵੀ ਹੈਗੇ ਉਹ ਖੇਤ ਮਜ਼ਦੂਰ ਹੈ। ਕਿਸਾਨ ਤਾਂ ਝੋਨਾ ਕਿੱਥੇ ਲਾਉਂਦਾ, ਕਿਸਾਨ ਤਾਂ ਗੇੜੀ ਗੂੜੀ ਮਾਰਦਾ ਬਸ। ਆਪ ਕਿੱਥੇ ਉਹਨੇ ਝੋਨਾ ਲਾ ਲਿਆ, ਉਹ ਤਾਂ ਕਈ ਵਾਰੀ ਉਹਨਾਂ ਤੇ ਛੱਡਿਆ ਹੁੰਦਾ, ਆਪ ਤਾਂ ਘਰੇ ਬੈਠਾ ਹੁੰਦਾ, ਆਰਾਮ ਨਾਲ ਤਾਸ਼ ਖੇਡਦਾ ਹੁੰਦਾ ਪਿੰਡ ਦੀ ਸੱਥ 'ਚ ਬਹਿ ਕੇ, ਉਹਨੂੰ ਕੋਈ ਪਤਾ ਫਿਕਰ ਫੁਕਰ। ਸੋ ਇਸ ਕਰਕੇ ਉਹ ਜਿਹੜਾ ਕਿਸਾਨ ਜਿਹੜਾ ਨਹੀਂ ਆਇਆ ਵੋਟ ਪਾਉਣ, ਖੇਤ ਮਜ਼ਦੂਰ ਦੀ ਗੱਲ ਮੰਨੀ ਜਾ ਸਕਦੀ ਹੈ ਵੀ ਉਹਦੀ ਰੋਜ਼ੀ ਰੋਟੀ ਦਾ ਮਸਲਾ ਹੈ। ਇੱਕ ਹੋਰ ਫੈਕਟਰ ਵੀ ਐਤਕੀ ਆ ਰਿਹਾ ਸੀ ਵੀ ਐਤਕੀ ਪੈਸੇ ਪੂਸੇ ਨਹੀਂ ਬਹੁਤੇ ਵੰਡੇ ਕਿਸੇ ਨੇ, ਮਤਲਬ ਬਹੁਤੀ ਵੰਡ ਵਡਾਈ ਪੈਸਿਆਂ ਦੀ ਨਹੀਂ ਉਸ ਦੇ ਵਿੱਚ ਹੋਈ, ਪਰ ਟਿਕਦੇ ਤਾਂ ਹੈ ਨਹੀਂ। ਜਿਹੜੇ ਵੋਟਾਂ ਜਿਹੜੇ ਲੋਕ ਆ ਉਹਨਾਂ ਨੇ ਕੁਝ ਨਾ ਕੁਝ ਤਾਂ ਕੀਤਾ ਹੋਏਗਾ ਲਾਜ਼ਮੀ ਤੌਰ ਤੇ, ਪਰ ਬਹੁਤੀਆਂ ਖਬਰਾਂ ਆਈਆਂ ਨਹੀਂ ਕਿ ਬਹੁਤ ਕਿਤੇ ਸ਼ਰਾਬ ਵੰਡੀ ਜਾ ਰਹੀ ਹੈ, ਪੈਸੇ ਵੰਡੇ ਜਾ ਰਹੇ ਆ। ਹੇਠਲੇ ਪੱਧਰ ਤੇ ਤਾਂ ਸਾਰਾ ਕੁਝ ਹੁੰਦਾ, ਪਰ ਉਹਦਾ ਕੋਈ ਬਹੁਤ ਵੱਡਾ ਲੈਵਲ ਨਹੀਂ ਸੀ। ਸ਼ਾਇਦ ਇਹ ਵੀ ਇੱਕ ਫੈਕਟਰ ਇਹਦੇ ਵਿੱਚ, ਇਹ ਫੈਕਟਰ ਜ਼ਿਆਦਾ ਪ੍ਰਭਾਵਸ਼ਾਲੀ ਮੈਨੂੰ ਲੱਗ ਰਿਹਾ ਜੀ, ਇਹ ਫੈਕਟਰ ਜ਼ਿਆਦਾ ਪ੍ਰਭਾਵਸ਼ਾਲੀ ਲੱਗ ਰਿਹਾ। ਪਰ ਦੂਜੇ ਪਾਸੇ ਮੈਂ ਥੋੜਾ ਜਿਹਾ ਵੀ ਤੁਹਾਡੇ ਨਾਲ ਇੱਕ ਸਹਿਮਤੀ ਪ੍ਰਗਟ ਕਰਨ ਦਾ ਤੁਹਾਡੇ ਕੋਲ ਇਜਾਜ਼ਤ ਚਾਹੁੰਦਾ, ਉਹ ਇਹ ਆ ਕਿ ਕਿਸਾਨ ਨੂੰ ਇੰਨਾ ਵਿਹਲਾ ਵੀ ਨਾ ਸਮਝੀਏ। ਜਦੋਂ ਸੀਜ਼ਨ ਹੁੰਦਾ ਨਾ ਜੀ ਵਾਢੀ ਦਾ ਜਾਂ ਝੋਨੇ ਦੀ ਲਵਾਈ ਹੁੰਦੀ ਆ, ਉਹਨੂੰ ਫਿਕਰ ਹੁੰਦਾ ਉਹਦੇ ਸਾਲ ਭਰ ਦੀ ਮਿਹਨਤ ਜੋ ਵੀ ਆ, ਭਾਵੇਂ ਉਹਦੇ ਮਜ਼ਦੂਰ ਨੇ ਕੀਤੀ ਹੋਵੇ ਮਿਹਨਤ, ਉਹਦਾ ਵੀ ਉਹਦੇ ਨਾਲ ਲਗਾਅ ਹੁੰਦਾ। ਇਹ ਪੋਸੀਬਲ ਨਹੀਂ ਆ ਕਿ ਉੱਧਰ ਉਹਦੀ ਖੇਤ 'ਚ ਝੋਨਾ ਲੱਗ ਰਿਹਾ ਹੋਵੇ ਤੇ ਉਸ ਦਿਨ ਉਹ ਬੈਠਾ ਤਾਸ਼ ਖੇਡਦਾ ਹੋਵੇ। ਏਦਾਂ ਵੀ ਵਿਹਲਾ ਨਾ ਬਣਾਈਏ ਕਿਸਾਨ ਨੂੰ, ਏਦਾਂ ਦੀ ਗੱਲ ਵੀ ਨਹੀਂ ਲੱਗਦੀ। ਕਿਸਾਨ ਨੂੰ ਫਿਕਰਮੰਦੀ ਹੁੰਦੀ ਆ, ਮੈਂ ਵੀ ਖੇਤੀ ਕੀਤੀ ਆ, ਮੈਨੂੰ ਪਤਾ ਏਦਾਂ ਨਹੀਂ ਹੁੰਦਾ ਕਦੀ ਵੀ ਕਿ ਤੁਹਾਡੇ ਮਜ਼ਦੂਰ ਝੋਨਾ ਲਾ ਰਹੇ ਤੇ ਤੁਹਾਡੇ ਕੋਲ ਇੰਨਾ ਸਮਾਂ ਵੀ ਨਾ ਹੋਵੇ ਵੀ ਤੁਸੀਂ ਜਾ ਕੇ ਤਾਸ਼ ਖੇਡੋ ਤੇ ਉੱਥੇ ਨਾ ਜਾਓ। ਉਸ ਦਿਨ ਜਿੱਦਣ ਤੁਹਾਡੇ ਖੇਤ 'ਚ ਕੰਮ ਚੱਲ ਰਿਹਾ ਹੁੰਦਾ ਵਾ, ਸਮੁੱਚਾ ਕਿਸਾਨ ਪਰਿਵਾਰ, ਉਹਦੇ ਬੱਚਿਆਂ ਤੋਂ ਲੈ ਕੇ ਉਹਨਾਂ ਦੇ ਘਰ ਦੀਆਂ ਔਰਤਾਂ ਤੇ ਕਿਸਾਨ ਜਿਹੜੇ ਆ ਉਹ ਉਹਦੇ 'ਚ ਇਨਵੋਲਵ ਹੁੰਦੇ ਆ। ਉਹ ਕਿਸਾਨ ਇੰਨਾ ਵੀ ਅਵੇਸਲਾ ਜਾਂ ਵਿਹਲਾ ਨਹੀਂ ਆ ਕਿ ਉਹ ਤਾਸ਼ ਖੇਡੀ ਜਾਵੇ ਤੇ ਝੋਨਾ ਉਹਦੇ ਮਜ਼ਦੂਰ ਲਾ ਦੇਣ ਤੇ ਵਾਢੀ ਵੀ ਉਹ ਕਰ ਆਉਣ। ਏਦਾਂ ਬਣਾ ਕਿਸਾਨ ਆਉਣ ਰਹੀ ਹੈ ਮੇਰੇ ਖਿਆਲ। ਪਹਿਲਾਂ ਤਾਂ ਵਰਕਿੰਗ ਡੇ ਕਿਸੇ ਦਿਨ ਕੱਢ ਲਈਏ ਆਪਾਂ ਵੀ 300 ਦੇ ਵਿੱਚੋਂ ਕਿਸਾਨ ਕਿੰਨੇ ਦਿਨ ਆਪਣੇ ਖੂਹ ਤੇ ਜਾਂਦਾ ਹੈ, ਇੱਕ ਵਾਰੀ ਕੱਢ ਕੇ ਦੇਖ ਲਈਏ, ਪਤਾ ਲੱਗ ਜਾਊਗਾ ਕਿ ਕਿਸਾਨ ਕੰਮ ਕਿੰਨਾ ਕਰਦਾ।
ਦੂਜੀ ਗੱਲ ਇਹ ਹੈ ਕਿ ਠੀਕ ਆ ਗੱਲ ਤੁਹਾਡੀ, ਜਦੋਂ ਝੋਨਾ ਲੱਗਦਾ, ਕਣਕ ਦੀ ਬਿਜਾਈ ਹੁੰਦੀ ਆ, ਵਾਢੀ ਹੁੰਦੀ ਹੈ, ਟੱਬਰ ਇਨਵੋਲਵ ਰਹਿੰਦਾ, ਨੋ ਡਾਊਟ, ਇਹ 'ਚ ਕੋਈ ਸ਼ੱਕ ਨਹੀਂ ਹੈਗਾ, ਹੋਣਾ ਵੀ ਚਾਹੀਦਾ। ਪਰ ਇੱਕ ਦਿਨ ਤਾਂ ਕੱਢਿਆ ਜਾ ਸਕਦਾ ਨਾ, ਇੱਕ ਦਿਨ ਕਿਉਂ ਨਹੀਂ ਕੱਢਿਆ ਜਾਂਦੇ? ਇੱਕ ਦਿਨ ਵੀ ਨਹੀਂ, 2 ਘੰਟੇ ਨਹੀਂ ਕੱਢੇ ਜਾ ਸਕਦੇ, 2 ਘੰਟੇ ਤੱਕ ਕੱਢੇ ਜਾ ਨਹੀਂ ਸਕਦੇ। ਪਰ ਮੇਰਾ ਇਤਰਾਜ਼ ਸਿਰਫ ਤਾਸ਼ ਖੇਡਣ ਤੋਂ ਸੀ, ਇਸ ਗੱਲ ਕਰਕੇ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਉਹ ਨਾਰਾਜ਼ਗੀ ਹੋ ਕੇ ਨਹੀਂ ਗਏ, ਪਰ ਇਹ ਕਹਿ ਦੇਣਾ ਕਿ ਕਿਸਾਨ ਤੇ ਤਾਸ਼ ਖੇਡ ਰਿਹਾ ਹੋਊਗਾ, ਝੋਨਾ ਲੱਗ ਰਿਹਾ, ਉਹ ਗੱਲ ਨਹੀਂ, ਏਦਾਂ ਨਹੀਂ ਆ। ਮੈਂ ਕਹਿੰਦਾ 100 ਇੱਕ ਕਿਸੇ ਨੇ ਇੱਕ ਦਿਨ ਵਧੀਆ ਅੰਕੜੇ ਪੇਸ਼ ਕੀਤੇ। ਤੁਸੀਂ ਦੇਖੋ, ਮੈਂ ਵੀ ਸਮਝਦਾ ਸੀ ਤੁਹਾਡੀ ਗੱਲ ਠੀਕ ਹੈ, ਪਰ ਕਿਸੇ ਨੇ ਇੱਕ ਦਿਨ ਅੰਕੜੇ ਪੇਸ਼ ਕੀਤੇ ਵੀ ਛੋਟਾ ਪਿੰਡ ਹੋਵੇ ਕਿ ਚਾਹੇ ਵੱਡਾ ਪਿੰਡ ਹੋਵੇ, ਤੁਹਾਨੂੰ 50 ਤੋਂ ਲੈ ਕੇ, ਜੇ ਵੱਡਾ ਪਿੰਡ ਹੈ ਉਹ 100, ਜੇ ਛੋਟਾ ਪਿੰਡ ਹੈ 50 ਬੰਦੇ ਜਿਹੜੇ ਹੈ ਨਾ, ਤੁਹਾਨੂੰ ਇਹ ਜਿਹੜੇ ਪਰਿਵਾਰ ਹੈ, ਕਿਸਾਨੀ ਪਰਿਵਾਰ ਜਿਹੜੇ ਆ, ਉਹ 50 ਬੰਦੇ ਤੁਹਾਨੂੰ ਏਦਾਂ ਦੀ ਲੱਭਣਗੇ ਹਰ ਪਿੰਡ 'ਚ, ਔਸਤਨ 50-60, ਵੱਡੇ ਪਿੰਡਾਂ 'ਚ 100। ਜਿਹੜਾ ਬਸ ਘਰੋਂ ਬਾਹਰ ਨਾ ਖੇਤ 'ਚ ਜਾਂਦਾ, ਉਹ ਬਾਹਰ ਹੀ ਬਹਿੰਦਾ ਆ ਤੇ ਬਾਹਰ ਹੀ ਤਾਸ਼ ਤੂਸ਼ ਕੁੱਟਦਾ ਹੈ, ਤੇ ਫਿਰ ਜਦੋਂ ਰੋਟੀ ਦਾ ਵੇਲਾ ਹੋ ਜਾਂਦਾ ਦੁਪਹਿਰ ਦਾ, ਤੇ ਘਰੇ ਜਿਹੜਾ ਮਾਰਿਆ ਉਹਦਾ, ਰੋਟੀ ਖਾ ਕੇ ਉੱਥੇ ਆ ਜਾਂਦਾ, ਕੋਈ ਕੰਮ ਧੰਦਾ ਨਹੀਂ ਉਹ ਕਰਦੇ। ਇਹ ਰਿਐਲਿਟੀ ਹੈ, ਇਹ ਸੱਚੀ ਸੱਚ ਹੈ ਵੀ ਪੰਜਾਬ ਜਿਸ ਪਾਸੇ ਵੱਲ ਵੱਧ ਰਿਹਾ, ਉਹਦੇ 'ਚ ਜਿਹੜਾ ਸਾਡਾ ਇਹ ਵਰਗ ਹੈ, ਇਹ ਆਪ ਕੋਈ ਕੰਮ ਕਰਕੇ ਰਾਜ਼ੀ ਨਹੀਂ ਹੈ, ਸਾਰਾ ਕੁਝ ਛੱਡਿਆ ਹੋਇਆ ਜਿਹੜੇ ਦੂਜੇ ਕਿਰਤੀ ਆ ਉਹਨਾਂ ਦੇ ਉੱਤੇ। ਤੇ ਇਹਦੇ ਨਾਲ ਕਿੰਨਾ ਨੁਕਸਾਨ ਹੋ ਰਿਹਾ। ਜਦੋਂ ਅਸੀਂ ਕਹਿੰਦੇ ਸਰਕਾਰੀ ਮਹਿਕਮਿਆਂ ਦੀ ਗੱਲ ਕਰਦੇ ਹਾਂ, ਉਹਦੇ ਕੋਈ ਵਰਕ ਕਲਚਰ ਹੈ ਨਹੀਂ, ਤੇ ਪੇਂਡੂ ਅਰਥਚਾਰਾ ਵੀ ਸਾਡਾ ਜਿਹਨਾਂ ਤੇ ਟਿਕਿਆ ਹੋਇਆ, ਉਹਨਾਂ 'ਚ ਵੀ ਕੋਈ ਵਰਕ ਕਲਚਰ ਹੈ ਨਹੀਂ। ਇਹ ਰਿਐਲਿਟੀ ਜਿਹੜੀ ਹੈ ਉਹ ਸਾਡੇ ਸਾਹਮਣੇ ਹੈ, ਤੇ ਇਹਨੂੰ ਸਾਨੂੰ ਮੰਨ ਵੀ ਲੈਣਾ ਚਾਹੀਦਾ। ਅੱਛਾ ਚਲੋ, ਇਹਨੂੰ ਛੱਡ ਕੇ ਆਪਾਂ, ਮੈਨੂੰ ਲੱਗਦਾ ਕਾਲ ਜਿਹੜੀ ਆ ਮੇਰੇ ਫੋਨ ਤੇ ਆ ਰਹੀ ਆ, ਸ਼ਰਮਾ ਜੀ ਕਾਲ ਕਰ ਰਹੇ। ਸ਼ਰਮਾ ਜੀ, ਤੁਸੀਂ ਸਾਡੇ ਸਕਰੀਨ ਤੇ ਅੱਜ ਮੈਂ ਨੰਬਰ ਨਹੀਂ ਡਿਸਪਲੇ ਕਰ ਸਕਿਆ, ਉੱਤੇ ਕਾਲ ਕਰ ਲਓ ਤੇ ਜ਼ਿਆਦਾ ਬਿਹਤਰ ਹੈ। 905 216 4646 ਸਾਡਾ ਨੰਬਰ ਹੈ, 9052164646 ਤੇ ਕਾਲ ਕਰ ਲਓ ਤੇ ਸ਼ੋਅ ਦੇ ਦਰਮਿਆਨ ਮੈਂ ਤੁਹਾਡੇ ਨਾਲ ਗੱਲ ਕਰਾ ਸਕਾਂਗਾ ਜੀ। ਇੱਕ ਰਿਪੋਰਟ ਆਈ ਆ ਡਾਕਟਰ ਸੁਖਪਾਲ ਰਾਜ ਦੀ, ਸ਼ਾਇਦ ਲੀਡਰਸ਼ਿਪ ਥੱਲੇ, ਆਪਣੀ ਐਗਰੀਕਲਚਰ ਯੂਨੀਵਰਸਿਟੀ ਦੀ, ਕਿਸਾਨਾਂ ਦੀਆਂ ਜਿਹੜੀਆਂ ਹੁੰਦੀਆਂ ਸੁਇਸਾਈਡ ਹੈ ਉਹਨਾਂ ਦੇ ਉੱਤੇ। ਉਹਨਾਂ ਨੇ ਬਹੁਤ ਕੰਮ ਕੀਤਾ, ਬਹੁਤ ਲੰਬਾ ਸਮਾਂ। ਉਹ ਰਿਪੋਰਟ ਤੁਸੀਂ ਵੀ ਦੇਖੀ ਹੋਣੀ ਹੈ, ਸਾਰੇ ਪੇਪਰਾਂ 'ਚ ਉਹ ਛਪੀ ਆ, ਡਾਕਟਰ ਸੁਖਪਾਲ ਰਾਜ ਮੈਨੂੰ ਵੀ ਭੇਜੀ ਆ, ਉਹਨਾਂ ਨਾਲ ਗੱਲ ਵੀ ਕਰਾਂਗੇ ਇਸ ਮੁੱਦੇ ਦੇ ਉੱਤੇ। ਉਹਦੇ ਬਾਰੇ ਤੁਸੀਂ ਕੋਈ ਗੱਲ ਕਰਨੀ ਚਾਹੋਗੇ ਜੇ ਤੁਹਾਡੇ ਕੋਲ ਫੈਕਟਸ ਹੈ ਤਾਂ? ਦੇਖੋ, ਇਹ ਰਿਪੋਰਟ ਜਿਹੜੀ ਹੈ ਕਾਫੀ ਲੰਬਾ ਸਮਾਂ ਇਹਦੇ 'ਤੇ ਕੰਮ ਕੀਤਾ ਡਾਕਟਰ ਸੁਖਪਾਲ ਦੀ ਅਗਵਾਈ ਦੇ ਵਿੱਚ, ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ। ਉਹ ਅੱਜ ਦੀ ਨਹੀਂ ਹੈ, ਛਾਪੀ ਦਾ ਵਾਇਰ ਨੇ ਹੁਣ ਇਹਨੂੰ ਜਿਹੜਾ ਆ ਪ੍ਰਕਾਸ਼ਿਤ ਕੀਤਾ ਹੈ। ਇਹ ਅੱਜ ਤੋਂ 3-4 ਸਾਲ ਪਹਿਲਾਂ ਤਿਆਰ ਕੀਤੀ ਗਈ ਰਿਪੋਰਟ ਸੀਗੀ, ਤੇ ਇਹ ਰਿਪੋਰਟ ਦੇ ਵਿੱਚ ਉਹਨਾਂ ਦਾ ਫੋਨ ਆ ਗਿਆ ਜੀ। ਕਿਸਾਨ ਸਾਹਿਬ, ਕਾਲ ਮੇਰੇ ਖਿਆਲ ਸ਼ਰਮਾ ਜੀ ਦੀ ਆ ਗਈ, ਆਪਾਂ ਕਾਲ ਲੈ ਲਈ। ਉਹਨਾਂ ਨੂੰ ਮੈਂ ਰਿਕੁਐਸਟ ਕੀਤੀ ਸੀ ਕਿ ਅਸੀਂ ਨੰਬਰ ਡਿਸਪਲੇ ਨਹੀਂ ਕੀਤਾ। ਹਾਂਜੀ ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਜੀ ਜੀ, ਸਤਿ ਸ਼੍ਰੀ ਅਕਾਲ ਜੀ ਦੋਨੇ ਵੀਰਾਂ ਨੂੰ। ਗਿੱਲ ਸਾਹਿਬ, ਦੁਸਾਂਝ ਸਾਹਿਬ ਨੂੰ ਮਹਾਰਾਸ਼ਟਰ ਦੀ ਪੋਜੀਸ਼ਨ ਬਾਰੇ ਥੋੜਾ ਪੁੱਛੋ, ਕੀ ਬਣ ਰਿਹਾ? ਹਾਂਜੀ, ਮਹਾਰਾਸ਼ਟਰ ਬਾਰੇ ਮੈਂ ਅਗਲਾ ਸਵਾਲ ਕਰਨਾ ਜੀ। ਬਿਲਕੁਲ ਮੈਂ ਕਰਦਾ, ਉਹਨਾਂ ਨੂੰ ਮਹਾਰਾਸ਼ਟਰ ਬਾਰੇ ਪੁੱਛਦੇ ਆ ਜੀ। ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ ਵੈਰੀ ਮਚ ਸ਼ਰਮਾ ਜੀ। ਅੱਛਾ ਦੁਸਾਂਝ ਸਾਹਿਬ, ਜਿਹੜੀ ਇਹ ਹਾਂਜੀ, ਅੱਜ ਤਾਂ ਮੈਂ ਗੱਲ ਕਰਦਾ ਸੀ, ਅੱਜ ਤਾਂ ਆਵਾਜ਼ ਕਾਫੀ ਠੀਕ ਸੀ ਫੋਨ ਕਾਲ ਤੇ, ਮੈਨੂੰ ਲੱਗਦਾ ਠੀਕ ਹੈ ਹੁਣ ਆਪਣਾ ਫੋਨ ਠੀਕ ਹੈ ਸਰ, ਤੁਹਾਨੂੰ ਸਾਰੀ ਗੱਲ ਸਮਝ ਕਰਦਾ ਸੀ। ਮਹਾਰਾਸ਼ਟਰ ਬਾਰੇ ਵੀ ਚਰਚਾ ਕਰਾਂਗੇ, ਪਰ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਡਾਕਟਰ ਸੁਖਪਾਲ ਦੀ ਅਗਵਾਈ ਦੇ ਵਿੱਚ ਜਿਹੜੀ ਰਿਪੋਰਟ ਹੈ, ਮਤਲਬ ਇਹਦੇ 'ਚ ਜਿਸ ਤਰੀਕੇ ਨਾਲ ਸਾਰਾ ਉਹਨਾਂ ਨੇ ਦਰਸਾਇਆ, ਤੇ ਇਹਦੇ 'ਚ ਵੱਡੀ ਗੱਲ ਇਹ ਹੈ ਕਿ ਇਹ ਲੋਕ ਜਿਹੜੇ ਆ ਡਾਕਟਰ ਸੁਖਪਾਲ ਵਗੈਰਾ ਜਿੰਨੇ ਵੀ ਸੁਸਾਈਡ ਹੋਏ, ਮੇਰੇ ਖਿਆਲ 10 ਸਾਲਾਂ ਦੀ ਰਿਪੋਰਟ ਹੈ ਸ਼ਾਇਦ, ਹੈ ਨਾ? ਹਾਂਜੀ, ਵੈਸੇ ਉਹਨੂੰ 18 ਤੋਂ 20 ਸਾਲ ਹੋ ਗਏ ਜੀ। ਉਹ 2-2.5 ਸਾਲ ਪਹਿਲਾਂ ਇੱਥੇ ਆਏ ਸੀ ਟੋਰਾਂਟੋ। ਉਹਨਾਂ ਦੱਸਿਆ ਕਿ ਮੈਂ ਨਿੱਠ ਕੇ 18 ਸਾਲ ਕੰਮ ਕੀਤਾ ਇਸ ਉੱਤੇ। ਬਿਲਕੁਲ, ਉਹ ਹਰੇਕ ਘਰ 'ਚ ਗਏ ਆ। ਹਾਂਜੀ, ਡਾਕਟਰ ਸੁਖਪਾਲ ਉਹਨਾਂ ਦਾ ਅਸੀਂ ਇੱਕ ਲੈਕਚਰ ਵੀ ਕਰਾਇਆ ਸੀ ਇਸ ਮੁੱਦੇ ਦੇ ਉੱਤੇ, ਕੇਂਦਰੀ ਪੰਜਾਬੀ ਲੇਖ ਸਭਾ ਦਾ, ਜਦੋਂ ਮੈਂ ਜਨਰਲ ਸੈਕਟਰੀ ਹੁੰਦਾ ਸੀ, ਕਿ ਇਸ ਇਸ਼ੂ ਦੇ ਉੱਤੇ ਅਸੀਂ ਬਕਾਇਦਾ ਉਹਨਾਂ ਨੇ ਇੱਕ ਲੈਕਚਰ ਵੀ ਕਰਾਇਆ 2-3 ਵਾਰੀ ਵੱਖ-ਵੱਖ ਥਾਵਾਂ ਦੇ ਉੱਤੇ। ਤੇ ਉਹਨਾਂ ਨੇ ਉਦੋਂ ਵੀ ਦੱਸਿਆ ਸੀ, ਤੇ ਅਸੀਂ ਉਹਨਾਂ ਦਾ ਉਹ ਭਾਸ਼ਣ ਮੈਗਜ਼ੀਨ ਛਾਪਿਆ ਵੀ ਸੀ, ਤੇ ਅੱਜ ਤੋਂ 2 ਸਾਲ ਪਹਿਲਾਂ 3 ਸਾਲ ਪਹਿਲਾਂ। ਤੇ ਉਹਨਾਂ ਨੇ ਦੱਸਿਆ ਵੀ ਉਹ ਜਿੰਨੇ ਵੀ ਖੁਦਕੁਸ਼ੀ ਦੇ ਕੇਸ ਹੋਏ ਆ, ਉਹਦੇ 'ਚ ਹਰੇਕ ਘਰ 'ਚ ਗਏ ਆ,
ਜਿਹਨੇ ਵੀ ਕੋਸ਼ਿਸ਼ ਕੀਤੀ ਉਹਨਾਂ ਦੇ ਪਰਿਵਾਰ ਨੂੰ ਮਿਲੇ ਆ ਸਾਰੇ ਤੱਥ ਉਹਨਾਂ ਨੇ ਜਿਹੜੇ ਹਾਸਲ ਕੀਤੇ ਆ। ਤੇ 9000 ਦੇ ਕਰੀਬ ਜਿਹੜੀਆਂ ਉਹ ਸ਼ਿਕਾਇਤ ਦੱਸਦੇ ਆ। ਉਹਦੇ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਤੱਥ ਜਿਹੜਾ ਉਹ ਤੁਹਾਨੂੰ ਪਛਾਣ ਕਰਦਾ ਉਹ ਇਹ ਹੈ ਵੀ ਆਮ ਤੌਰ ਤੇ ਖੁਦਕੁਸ਼ੀਆਂ ਜਿਹੜੀਆਂ ਆ ਪੇਸ਼ ਕੀਤੀਆਂ ਜਾਂਦੀਆਂ ਕਿ ਕਿਸਾਨ ਜਿਹੜੇ ਆ ਉਹ ਖੁਦਕੁਸ਼ੀ ਕਰ ਰਹੇ, ਪਰ ਇਹ ਕੋਈ ਨਹੀਂ ਦੱਸਦਾ ਵੀ ਜਿਹੜੀ ਖੇਤ ਮਜ਼ਦੂਰ ਜਿਹੜਾ ਨਾਲ ਜੁੜਿਆ ਹੋਇਆ ਕਿਸਾਨ ਦੇ ਵੀ ਖੁਦਕੁਸ਼ੀਆਂ ਦਾ ਜਿਹੜਾ ਇਹ ਚੱਲਣ ਹੈ ਖੇਤ ਮਜ਼ਦੂਰਾਂ ਦੇ ਵਿੱਚ ਵੀ ਥੋੜ੍ਹੇ ਜਿਹੇ ਫਰਕ ਦੇ ਨਾਲ ਬਰਾਬਰ ਹੀ ਚੱਲ ਰਿਹਾ। ਮਤਲਬ ਜੇ ਟੋਟਲ ਜਿਹੜੀਆਂ ਸੁਸਾਈਡ ਹੈਗੇ ਆ ਉਹਦੇ ਚੋਂ ਜੇ ਸੁਸਾਈਡ ਦੇ ਵਿੱਚੋਂ 55% ਜੇ ਕਿਸਾਨ ਸੁਸਾਈਡ ਕਰ ਰਿਹਾ ਤੇ 45% ਜਿਹੜਾ ਹੈ ਉਹਦੇ ਚ ਖੇਤ ਮਜ਼ਦੂਰ। ਇਹ ਇੱਕ ਬੜਾ ਵੱਡਾ ਸੱਚ ਜਿਹੜਾ ਇਹਦੇ ਵਿੱਚ ਹੈ। ਬਾਕੀ ਹੋਰ ਗੱਲਾਂ ਵੀ ਇਹਦੇ ਚ ਹੈਗੀਆਂ ਡਿਟੇਲ ਦੇ ਵਿੱਚ, ਕਿਸੇ ਨਾਲ ਡਾਕਟਰ ਸੁਖਪਾਲ ਉਹਨਾਂ ਨਾਲ ਜ਼ਰੂਰ ਤੁਸੀਂ ਗੱਲ ਕਰਿਓ ਤਾਂ ਉਹ ਸ਼ਾਇਦ ਤੁਹਾਨੂੰ ਹੋਰ ਵੀ ਇੱਦਾਂ ਦੇ ਅੰਕੜੇ ਦੱਸਣਗੇ, ਇੱਦਾਂ ਦੀਆਂ ਗੱਲਾਂ ਦੱਸਣਗੇ, ਇੱਦਾਂ ਦੀਆਂ ਤੱਥ ਦੱਸਣਗੇ ਜਿਹੜੇ ਬੜੇ ਡਰਾਉਣ ਵਾਲੇ ਆ ਪੰਜਾਬ ਦੀ ਖੇਤੀ ਆਰਥਿਕਤਾ ਨੂੰ ਲੈ ਕੇ। ਉਹਨਾਂ ਕੋਲ ਬਕਾਇਦਾ ਅੰਕੜੇ ਹੈਗੇ ਜੀ, ਉਹਨਾਂ ਕੋਲ ਤੇ ਇਹ ਵੀ ਅੰਕੜੇ ਹੈਗੇ ਕਿ ਜਿਹੜੇ ਕਿਸਾਨ ਜਾਂ ਮਜ਼ਦੂਰ ਸੁਸਾਈਡ ਕਰ ਗਏ ਉਹਨਾਂ ਦੇ ਕਿੰਨੇ ਬੱਚੇ ਆ ਜਿਨ੍ਹਾਂ ਨੂੰ ਇਸ ਵੇਲੇ ਐਜੂਕੇਸ਼ਨ ਦੀ ਲੋੜ ਆ, ਕਿੰਨੇ ਬੱਚੇ ਆ ਜਿਨ੍ਹਾਂ ਦੇ ਜੇ ਵਿਆਹ ਹੋਣ ਵਾਲੇ ਆ, ਉਹਨਾਂ ਦੀਆਂ ਲੋੜਾਂ ਕਿਸ ਤਰ੍ਹਾਂ ਦੀਆਂ ਨੇ। ਬੜੀ ਬਰੀਕੀ ਨਾਲ ਬਣਾਈ ਹੋਈ ਇਹ ਰਿਪੋਰਟ ਹੈ। ਮੈਂ ਤਾਂ ਤੁਹਾਨੂੰ ਵੀ ਰਿਕੁਐਸਟ ਕਰੂੰਗਾ, ਭਾਵੇਂ ਤੁਹਾਡਾ ਮੈਗਜ਼ੀਨ ਤਾਂ ਸਾਹਿਤਕ ਹੈ, ਘੱਟੋ ਘੱਟ ਜਿਹੜਾ ਇਹਦਾ ਡਾਟਾ ਹੈ ਨਾ ਜੀ, ਉਹਦੇ ਜਿਹੜੇ ਫਾਰਮ ਦੀ ਸ਼ੇਪ 'ਚ ਆ ਵੀ ਕਿੰਨੇ ਲੋਕ ਮਰੇ, ਕਿੰਨੇ ਕਿਹੜੇ ਕਾਰਨ ਮਰੇ, ਉਹ ਜ਼ਰੂਰ ਇੱਕ ਪੇਜ ਕੱਢ ਕੇ ਛਾਪ ਦਿਓ। ਕਿਉਂਕਿ ਜਿਹੜੇ ਮੈਗਜ਼ੀਨ ਜਿੱਦਾਂ ਆਪਣਾ ਹੁਣ ਮੈਗਜ਼ੀਨ ਆ ਜਾਂ ਕੁਝ ਮੈਗਜ਼ੀਨ ਆ, ਉਹ ਲੋਕ ਹਮੇਸ਼ਾ ਕਿਤਾਬਾਂ ਦੀ ਤਰ੍ਹਾਂ ਆਪਣੀ ਲਾਇਬ੍ਰੇਰੀ 'ਚ ਸਾਂਭ ਕੇ ਰੱਖਦੇ ਆ ਤੇ ਰੈਫਰੈਂਸ ਵਾਸਤੇ ਕੰਮ ਆਉਂਦੇ। ਟੀਵੀ ਤੇ ਜਿਹੜਾ ਅਸੀਂ ਪ੍ਰੋਗਰਾਮ ਕਰ ਦਿੰਦੇ ਆ ਉਹ ਫਿਰ ਤਰੱਦਦ ਹੁੰਦਾ ਕਿ YouTube 'ਚੋਂ ਕੌਣ ਕੱਢੂਗਾ, ਕਦੋਂ ਕਰੂਗਾ, ਤੇ ਉਹ ਚੀਜ਼ਾਂ ਜਿਹੜੀਆਂ ਨੇ ਉਹ ਵਕਤੀ ਤੌਰ ਤੇ ਰਹਿ ਜਾਂਦੀਆਂ। ਕਈ ਵਾਰ ਅਖਬਾਰਾਂ ਵੀ ਇੱਕ ਦਿਨ ਦਾ ਸ਼ੋਅ ਬਣ ਕੇ ਰਹਿ ਜਾਂਦੀਆਂ, ਅਖਬਾਰ 'ਚ ਛਪੀ ਗੱਲ ਤੇ ਅਗਲੇ ਦਿਨ ਉਹਨੂੰ ਬਾਸੀ ਸਮਝ ਲਿਆ ਜਾਂਦਾ। ਤੇ ਕਈ ਵਾਰ ਕੁਝ ਇੱਕਦਾਂ ਜਿੱਦਾਂ ਮੈਗਜ਼ੀਨ ਹੈ ਜਾਂ ਕੋਈ ਤੁਹਾਡੇ ਵਾਲਾ ਮੈਗਜ਼ੀਨ ਹੈ, ਲੋਕੀ ਉਹਨੂੰ ਸੰਭਾਲ ਕੇ ਰੱਖਦੇ ਆ ਤੇ ਉਹਨੂੰ ਕਦੀ ਵੀ ਰੈਫਰੈਂਸ ਦੇ ਤੌਰ ਤੇ ਵਰਤ ਸਕਦੇ ਆ। ਤੇ ਮੋਟੇ ਤੌਰ ਤੇ ਜੇ ਮੈਂ ਦੱਸਾਂ, ਜਿਹੜੇ ਉਹਨਾਂ ਨੇ ਕਿਹਾ ਕਿ ਜਿਹੜੇ ਮਾਰਜਨਲ ਕਿਸਾਨ ਨੇ 1 ਹੈਕਟੇਅਰ ਤੋਂ ਘੱਟ ਜ਼ਮੀਨ ਵਾਲੇ, 1 ਹੈਕਟੇਅਰ ਦਾ ਮਤਲਬ 2.5 ਏਕੜ ਹੁੰਦਾ ਇੱਕ ਮਤਲਬ ਹੈਕਟੇਅਰ ਦੇ ਵਿੱਚ, ਤੇ ਉਹ ਟੋਟਲ ਉਹਨਾਂ ਨੇ ਸੁਸਾਈਡ ਹੋਏ ਆ 4233। ਜਿਹੜੇ ਕਰਜ਼ੇ ਕਰਕੇ ਉਹਨਾਂ ਚੋਂ 3771 ਤੇ 462 ਜਿਹੜੇ ਆ ਉਹਦੇ ਕੁਝ ਹੋਰ ਕਾਰਨ ਹੋ ਸਕਦੇ ਆ, ਚਾਹੇ ਤੁਸੀਂ ਉਹਨਾਂ ਨੂੰ ਨਸ਼ਿਆਂ 'ਚ ਗਿਣ ਲਓ, ਬਿਮਾਰੀ ਗਿਣ ਲਓ ਜਾਂ ਕੁਝ ਹੋਰ ਗਿਣ ਲਓ। ਜਿਹੜੇ 1 ਤੋਂ 2 ਹੈਕਟੇਅਰ ਵਾਲੇ ਕਿਸਾਨ ਹੈ, ਜਿਨ੍ਹਾਂ ਨੂੰ ਸਮਾਲ ਫਾਰਮਰ 5 ਕਿੱਲਿਆਂ ਵਾਲੇ ਜਿਨ੍ਹਾਂ ਨੂੰ ਤੁਸੀਂ ਕਹਿ ਸਕਦੇ ਹੋ, ਉਹਨਾਂ ਦੀਆਂ ਮੌਤਾਂ ਹੋਈਆਂ 2929। ਉਹਦੇ ਵਿੱਚੋਂ 2615 ਮੌਤਾਂ ਜਿਹੜੀਆਂ ਨੇ ਉਹ ਕਰਜ਼ੇ ਕਰਕੇ ਹੋਈਆਂ ਤੇ 314 ਦੇ ਕੁਝ ਹੋਰ ਕਾਰਨ ਨੇ। ਤੇ ਜਿਹੜੇ ਸੈਮੀ ਮੀਡੀਅਮ ਉਹਨਾਂ ਨੇ ਕੈਟਾਗਰੀ ਬਣਾਈ ਆ, ਜਿਹੜੇ 2 ਤੋਂ 4 ਹੈਕਟੇਅਰ ਵਾਲੇ, ਮਤਲਬ ਮੈਨੂੰ ਲੱਗਦਾ 10 ਏਕੜ ਤੱਕ ਵਾਲੇ ਕਿਸਾਨ ਜਿਹੜੇ 8-10 ਏਕੜ ਵਾਲੇ ਕਿਸਾਨ ਜਿਹੜੇ ਆ ਉਹ 1531 ਤੇ ਉਹਨਾਂ ਚੋਂ 1299 ਕਰਜ਼ੇ ਕਰਕੇ ਮਰੇ ਤੇ 232 ਹੋਰ ਕਾਰਨਾਂ ਕਰਕੇ। ਤੇ ਜਿਹੜੇ ਮੱਧ ਵਰਗੀ ਕਿਸਾਨ ਨੇ ਜਿਹੜੇ 10 ਹੈਕਟੇਅਰ ਤੱਕ ਦੀ ਮਾਲਕੀ ਆ, ਮਤਲਬ 20-25 ਕਿੱਲਿਆਂ ਵਾਲੇ, 18-20 ਕਿੱਲਿਆਂ ਵਾਲੇ, ਉਹ ਮਰੇ ਆ ਜੀ ਟੋਟਲ 554, 437 ਕਰਜ਼ੇ ਕਰਕੇ ਤੇ 117 ਹੋਰ ਕਾਰਨਾਂ ਕਰਕੇ। ਸੋ ਬਾਕੀ ਜਿਹੜੇ ਵੱਡੇ ਕਿਸਾਨ ਨੇ ਲਾਰਜ, ਜਿਹੜੇ 10 ਹੈਕਟੇਅਰ ਵਾਲੇ, ਉਹਨਾਂ ਟੋਟਲ 44 ਮੌਤਾਂ ਹੋਈਆਂ ਤੇ 25 ਉਹ ਵੀ ਕਰਜ਼ੇ ਕਰਕੇ ਹੋਈਆਂ ਤੇ 19 ਮੌਤਾਂ ਹੋਰ ਕਾਰਨਾਂ ਕਰਕੇ। ਮਤਲਬ ਇਸ ਡੇਟਾ ਤੋਂ ਇੱਕ ਚੀਜ਼ ਸਪਸ਼ਟ ਹੁੰਦੀ ਆ, ਜਿਹੜਾ ਕਿਹਾ ਜਾਂਦਾ ਹੈ ਆਮ ਤੌਰ ਤੇ ਧਾਰਨਾ ਬਣਾ ਦਿੱਤੀ ਆ ਪੋਲੀਟੀਸ਼ੀਅਨਸ ਨੇ ਕਿ ਕਿਸਾਨ ਤੇ ਕਰਜ਼ੇ ਲੈ ਕੇ ਤੇ ਮੌਜਾਂ ਕਰਦੇ ਆ, ਕੋਠੀਆਂ ਪਾ ਲੈਂਦੇ ਆ, ਟਰੈਕਟਰ ਸਕੂਟਰ ਲੈ ਆਉਂਦੇ ਆ ਤੇ ਉਹ ਆਪਣੀ ਹੋਣੀ ਖੁਦ ਲਿਖਦੇ ਆ। ਪਰ ਤੁਸੀਂ ਦੇਖੋ ਇਹਦੇ ਵਿੱਚ ਜ਼ਿਆਦਾ ਸੁਸਾਈਡ ਜਿਹੜੇ ਹੋਏ ਉਹ ਮਾਰਜਨਲ ਕਿਸਾਨਾਂ ਦੇ ਆ। ਫਿਰ ਥੋੜ੍ਹੇ ਜਿਹੇ ਜਿਉਂ-ਜਿਉਂ ਉਹਨਾਂ ਦਾ ਸੋਰਸ ਆਫ ਇਨਕਮ ਵੱਧਦਾ ਜਾਂਦਾ, ਜ਼ਮੀਨ ਵੱਧਦੀ ਜਾਂਦੀ ਆ ਤੇ ਡੈਥ ਰੇਸ਼ੋ ਘਟਦੀ ਜਾਂਦੀ ਆ। ਪਰ ਮੈਂ ਹੈਰਾਨ ਇਸ ਗੱਲ ਤੋਂ ਵੀ ਆ ਵੀ ਜਿਹੜੇ ਥੋੜੇ ਜਿਹੇ ਵੱਡੇ ਕਿਸਾਨ ਵੀ ਹੈ ਉਹਨਾਂ ਦਾ ਵੀ ਕਰਜ਼ੇ ਕਰਕੇ ਸੁਸਾਈਡ ਕਰ ਜਾਣਾ ਥੋੜੀ ਹੈਰਾਨੀ ਪੈਦਾ ਕਰਦਾ ਹੈ, ਕਿਉਂਕਿ ਬਈ ਜਾਂ ਤਾਂ ਫਿਰ ਇਹ ਮਾਹੌਲ ਜਿਸ ਕਿਸਮ ਦਾ ਬਣ ਗਿਆ ਉਹਦੇ ਕਿਸਾਨ ਹੀ ਸੁਣਨ ਲੱਗ ਪਿਆ ਵੀ ਹਾਂ ਵੀ ਸਾਡੇ ਕੋਲ ਹੋਰ ਕੋਈ ਰਸਤਾ ਨਹੀਂ ਹੈ, ਜਦਕਿ ਜਿਹੜੀ ਜ਼ਮੀਨ ਹੀ ਉਹਦਾ ਸਾਰਾ ਕੁਝ ਹੈਗਾ ਤੇ ਜ਼ਮੀਨ ਹੁੰਦਿਆਂ ਵੀ ਸੁਸਾਈਡ ਕਰ ਜਾਣਾ
ਮਤਲਬ ਜਿਹੜਾ ਕੋਈ ਜਿਹੜਾ ਵੱਡਾ ਕਿਸਾਨ ਹੈ, ਭਾਵੇਂ ਬਹੁਤਾ ਅਮੀਰ ਕਿਸਾਨ ਦੀ ਪਰ ਆਪਾਂ ਗੱਲ ਨਾ 25 ਵੀ ਸਰ ਕਰੀਏ, ਜਿਨ੍ਹਾਂ ਦੀ ਪਰ ਸਰ ਟੋਟਲ 25 ਮੌਤਾਂ ਉਹਨਾਂ ਦੀਆਂ ਦਿਖਾ ਰਹੇ, ਟੋਟਲ 44 ਮੌਤਾਂ ਹੁੰਦੀਆਂ ਤੇ ਉਹਨਾਂ ਚੋਂ 25 ਮੌਤਾਂ ਨੇ ਸਿਰਫ ਉਹਨਾਂ ਦੀਆਂ, ਜਿਹੜੇ ਵੱਡੇ ਕਿਸਾਨ ਆ। ਉਹ ਤੇ ਜੋ ਮਾਨਸਿਕ ਤੌਰ ਤੇ ਵਿਗਾੜ ਤੇ ਕਿਤੇ ਵੀ ਪੈ ਸਕਦੇ ਆ। ਜਿਹੜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਉਹਨਾਂ ਵਿੱਚ ਵੀ ਤੇ ਆਪਣੇ ਸੁਸਾਈਡ ਹੁੰਦੇ ਆ ਨਾ। ਬਿਲਕੁਲ ਬਿਲਕੁਲ ਬਿਲਕੁਲ। ਪਰ 10 ਏਕੜ ਵਾਲਾ ਕਿਸਾਨ ਦੀ ਖੁਦਕੁਸ਼ੀ ਕਰਦਾ ਤੇ ਮੈਨੂੰ ਥੋੜ੍ਹਾ ਤਕਲੀਫ ਹੁੰਦੀ ਆ, ਦੁੱਖ ਹੁੰਦਾ ਵੀ ਉਹਦੇ ਕੋਲ ਕੋਈ ਨਾ ਕੋਈ ਸੋਰਸ ਤਾਂ ਸੀ, ਆਪਣੀ ਇੱਕ ਖੇਤ ਵੇਚ ਕੇ ਉਹ ਕਰਜ਼ਾ ਆਪਣਾ ਲਾ ਸਕਦਾ ਸੀ, ਜਿੰਨੀ ਐਗਰੀਕਲਚਰ ਲੈਂਡ ਦੀ ਜਿਹੜੀ ਕੀਮਤ ਰਹੀ ਆ। ਮਤਲਬ ਜੇ ਉਹ ਕਰਜ਼ੇ ਤੋਂ ਮਤਲਬ ਫਸੇ ਗਿਆ, ਕਰਜ਼ੇ 'ਚ 10-20 ਲੱਖ ਦੇ ਕਰਜ਼ੇ 'ਚ ਫਸ ਗਿਆ, ਤਾਂ ਉਹਦੇ ਲਈ ਇੱਕ ਜੇ ਉਹ 10 ਏਕੜ ਹੈ ਤੇ 1 ਏਕੜ ਵੇਚ ਕੇ ਉਹਦਾ ਕਰਜ਼ਾ ਲਾਇਆ ਜਾ ਸਕਦਾ ਸੀ, ਐਡੀ ਕੋਈ ਗੱਲ ਨਹੀਂ। ਪਰ ਪਤਾ ਨਹੀਂ ਇਹ ਟ੍ਰੈਂਡ ਜਿਹਾ ਬਣ ਗਿਆ। ਇਹਦੇ ਤੇ ਵੀ ਸੁਖਪਾਲ ਉਹਨਾਂ ਨਾਲ ਕਿਤੇ ਗੱਲ ਕਰਾਂਗੇ ਵੀ ਇਹ ਟ੍ਰੈਂਡ ਕਿਉਂ ਬਣ ਗਿਆ। ਕੋਈ ਨਾ ਕੋਈ ਰਸਤਾ ਤਾਂ ਹੁੰਦਾ ਹੀ ਹੈ ਨਾ ਬੰਦੇ ਦਾ ਬਚਣ ਦਾ। ਮਤਲਬ ਮਰਨ ਨਾਲੋਂ ਚੰਗਾ ਵੀ ਜੇ ਤੁਹਾਡੇ ਕੋਲ ਕੁਝ ਹੈ ਤੇ ਉਹਨੂੰ ਤੁਸੀਂ ਦੇ ਕੇ ਜੇ ਉਹ ਜੰਜਾਲ ਤੋਂ ਨਿਕਲ ਸਕਦੇ ਹੋ ਤਾਂ ਨਿਕਲਿਆ ਜਾ ਸਕਦਾ। ਪਰ ਨਹੀਂ, ਏਦਾਂ ਕਿਉਂ ਆਏ? ਇਹ ਕੋਈ ਮਾਨਸਿਕ ਤੌਰ ਦੇ ਉੱਤੇ ਜਿਹੜੀ ਇਹ ਬੜੇ ਸਾਰੇ ਹੋਰ ਟ੍ਰੈਂਡ ਸੈੱਟ ਹੋਏ ਆ ਜੀ। ਜਿਹੜੀ ਮਤਲਬ ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਇਹ ਇੱਕ ਆਸਾਨ ਫਾਰਮੂਲਾ ਆ ਕਿ ਉਹ ਕਿੱਲਾ ਵੇਚ ਕੇ ਉਹ ਚੋਂ ਨਿਕਲ ਜਾਵੇ। ਉਹਦੇ ਪਿੱਛੇ ਬੜੇ ਹੋਰ ਸਮਾਜਿਕ ਸਰੋਕਾਰ ਨੇ, ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਲੰਬੇ ਸਮੇਂ ਤੋਂ ਸਾਡੇ ਸਮਾਜ 'ਚ ਉਹਨਾਂ ਨੂੰ ਵਿਗਾੜ ਕਹਿ ਲਓ ਜਾਂ ਉਹਨਾਂ ਨੂੰ ਸਾਡੇ ਸਮਾਜ ਦਾ ਇੱਕ ਹਿੱਸਾ ਕਹਿ ਲਓ ਕਿ ਅਸੀਂ ਕੱਪੜੇ ਵੀ ਚਿੱਟੇ ਪਾਉਣੇ ਆ ਤੇ ਸਮਾਜ ਦੇ ਵਿੱਚ ਆਪਣੀ ਅਣਖ ਵੀ ਰੱਖਣੀ ਆ। ਜੇ ਸੁਸ਼ੀਲ ਰਾਣੇ ਨੇ ਵੱਡਾ ਕੀਤਾ ਸੀਗਾ ਆਪਣੀ ਬੇਟੀ ਦੇ ਵਿਆਹ ਤੇ ਮੈਰਿਜ ਪੈਲੇਸ ਤੇ, ਮੇਰੇ ਕੋਲ ਗੁੰਜਾਇਸ਼ ਹੈ ਚਾਹੇ ਨਹੀਂ, ਮੈਨੂੰ ਕਰਨਾ ਪਏਗਾ, ਨਹੀਂ ਤੇ ਮੇਰਾ ਨੱਕ ਨਹੀਂ ਰਹਿੰਦਾ ਸਮਾਜ ਦੇ ਵਿੱਚ। ਇਹ ਉਹਨੂੰ ਭਾਵੇਂ ਇਹਨੂੰ ਕੋਈ ਲੋਕ ਇਹਨੂੰ ਕਹਿ ਲੈਣ ਕਿ ਉਹਨਾਂ ਦੀ ਫੁਕਰਾਪੰਥੀ ਆ, ਘਟੀਆਪਣ ਆ ਜਾਂ ਸਿਆਣੀ ਸੋਚ ਨਹੀਂ, ਪਰ ਕਿਤੇ ਨਾ ਕਿਤੇ ਸਮਾਜਿਕ ਸਰੋਕਾਰ ਤੇ ਸਾਡੇ ਇਦਾਂ ਹੀ ਹੈ ਨਾ ਜੀ। ਥੋੜੇ ਜਿਹੇ ਸਮਾਜਿਕ ਢਾਂਚਾ ਜਿਹੜਾ ਜਿਹਦੇ ਵਿੱਚ ਅਸੀਂ ਰਹਿ ਰਹੇ ਹਾਂ, ਆਲੇ ਦੁਆਲੇ ਰਹਿ ਰਹੇ ਹਾਂ, ਕਈ ਵਾਰ ਜੋ ਅੰਦਰ ਦੀ ਹਾਲਤ ਹੁੰਦੀ ਹੈ ਅਸੀਂ ਉਹ ਬਾਹਰ ਨਹੀਂ ਦਿਖਾਉਣਾ ਚਾਹੁੰਦੇ। ਬਹੁਤ ਸਾਰੇ ਘਰਾਂ ਦੇ ਬੱਚੇ ਨਸ਼ੇ ਕਰਦੇ ਆ, ਮਾਪੇ ਉਹਦੀ ਧੂਆਂ ਨਹੀਂ ਨਿਕਲਣ ਦਿੰਦੇ। ਪਤਾ ਉਦੋਂ ਲੱਗਦਾ ਜਦੋਂ ਉਹਨਾਂ ਦੇ ਹੱਥਾਂ 'ਚੋਂ ਗੱਲ ਨਿਕਲ ਜਾਂਦੀ ਆ। ਉਹ ਕਿਉਂ ਨਹੀਂ ਨਿਕਲਣ ਦਿੰਦੇ? ਉਹਦੇ ਪਿੱਛੇ ਜਿਹੜੇ ਸਮਾਜਿਕ ਸਰੋਕਾਰ ਨੇ ਉਹ ਕਿਤੇ ਨਾ ਕਿਤੇ ਉਹਨਾਂ ਦੇ ਉੱਤੇ ਹਾਵੀ ਹੁੰਦੇ ਆ। ਬਿਲਕੁਲ, ਇਹ 'ਚ ਕੋਈ ਦੁਮਰਾਵਾ ਨਹੀਂ ਹੈਗਾ। ਪਰ ਇਹਦਾ ਮਤਲਬ ਅਸੀਂ ਇਹ ਗਿਆਨ ਦੀ ਬੜੀ ਵੱਡੀ ਘਾਟ ਹੈ ਵੀ ਅਸੀਂ ਰਿਐਲਿਟੀਜ਼ ਜਿਹੜੀਆਂ ਆ ਉਹਨੂੰ ਤੋਂ ਭੱਜਦੇ ਹਾਂ, ਹਕੀਕਤ ਤੋਂ ਭੱਜਦੇ ਹਾਂ। ਅਸੀਂ ਇੱਕ ਕਹਿ ਲਓ ਵੀ ਜਾਲੀ ਕਿਸਮ ਦੇ ਜੀਵਨ ਨੂੰ ਜਿਉਂਦੇ ਹਾਂ। ਸਟੇਟਸ ਸਾਡੇ ਵਾਸਤੇ ਇੰਪੋਰਟੈਂਟ ਹੋ ਗਿਆ। ਰਿਐਲਿਟੀ ਜਿਹੜੀ ਹੈ ਉਹ ਸਾਰਾ ਕੁਝ ਜਿਹੜਾ ਅਸੀਂ ਆਪਣੇ ਆਪ ਤੇ ਜਿਹੜਾ ਵਧਾਉਂਦੇ ਹਾਂ, ਉਹਦੇ 'ਚ ਅਸੀਂ ਜਾਣਾ ਨਹੀਂ ਚਾਹੁੰਦੇ ਤੇ ਕੁਝ ਆਭਾਸੀ ਜਿਹੇ ਸੰਸਾਰ 'ਚ ਅਸੀਂ ਰਹਿਣਾ ਚਾਹੁੰਦੇ ਹਾਂ। ਸੋ ਖੈਰ ਕਾਫੀ ਇਹ ਸੰਵੇਦਨਸ਼ੀਲ ਮਾਮਲਾ ਹੈ ਜਿੱਥੇ ਗੱਲਾਂ ਜਿਹੜੀਆਂ ਮਰਜ਼ੀ ਕੀਤੀਆਂ ਜਾ ਸਕਦੀਆਂ। ਆਪਾਂ ਗੱਲ ਨੂੰ ਅੱਗੇ ਤੋਰਦੇ। ਅੱਛਾ, ਹੁਣ ਆਪਾਂ ਥੋੜੀ ਜਿਹੀ ਗੱਲ ਜਿਹੜੀ ਸ਼ਰਮਾ ਸਾਹਿਬ ਨੇ ਪੁੱਛਿਆ ਸਵਾਲ ਸਾਨੂੰ, ਮਹਾਰਾਸ਼ਟਰ ਦੀ ਵਿੱਚ ਜੋ ਕੁਝ ਸਿਆਸੀ ਤਾਣਾ ਬਾਣਾ ਚੱਲਿਆ ਹੋਇਆ, ਬਹੁਤ ਸਾਰੀਆਂ ਉਲਝਣਾਂ ਪਈਆਂ ਹੋਈਆਂ, ਉਹ ਲੱਗਦਾ ਆ ਕਿ ਭਾਵੇਂ ਗੇਮ ਤੇ ਵੱਡੀ ਬੀਜੇਪੀ ਨੇ ਖੇਡੀ ਆ ਪਰ ਉਹਦੇ ਵਿੱਚ ਅਜੇ ਕੁਝ ਇੱਕ ਗੁੰਜਾਇਸ਼ ਬਚੀ ਹੋਈ ਆ ਕਿ ਕੁਝ ਹੋਰ ਸਿਆਸੀ ਕੋਈ ਐਸੀ ਚੀਜ਼ ਆ ਸਕਦੀ ਆ ਜਿਹਦੇ ਨਾਲ ਇਹ ਸਾਰਾ ਕੁਝ ਜਿਹੜਾ ਵਾ ਇਹਦੇ ਉਲਟ ਫੇਰ ਹੋ ਸਕਦੇ ਆ। ਇੱਕ ਤਾਂ ਇਹ ਲੱਗ ਰਿਹਾ ਜੀ ਕਿ ਜਿਹੜੇ ਸ਼ਿਵ ਸੈਨਾ ਵਾਲੇ ਆ ਉਹਨਾਂ ਨੂੰ ਇਹ ਗੱਲ ਦਾ ਅਹਿਸਾਸ ਹੋ ਗਿਆ ਕਿ ਜੇਕਰ ਅਸੀਂ ਇਹਨੂੰ ਮੌਕੇ ਤੇ ਨਹੀਂ ਸੰਭਾਲਦੇ ਤੇ ਸਾਡੇ ਹੱਥੋਂ ਸਰਕਾਰ ਜਾ ਸਕਦੀ ਆ ਤੇ ਉਹਦੇ ਲਈ ਕੋਈ ਵੀ ਸਮਝੌਤਾ ਕਰਨ ਨੂੰ ਤਿਆਰ ਆ। ਇੱਕ ਬਿਆਨ ਤੇ ਆਇਆ ਜੀ ਸ਼ਿਵ ਸੈਨਾ ਦੇ ਆਗੂ ਸੀਨੀਅਰ ਨੇ ਸੰਜੇ ਰਾਉਤ ਤੇਰੀ, ਬਿਆਨ ਉਹ ਬਹੁਤ ਦਿੰਦੇ ਹੁੰਦੇ, ਵੈਸੇ ਉਹਨਾਂ ਦੇ ਕਈ ਵਾਰ ਬਾਅਦ 'ਚ ਬਿਆਨ ਐਵੇਂ ਖਰਾਬ ਵੀ ਕਰਨ ਵਾਲੇ ਹੁੰਦੇ ਆ। ਉਹਨਾਂ ਨੇ ਸਾਰੇ ਜਿਹੜੇ ਬਾਗੀ ਹੋਏ ਲੋਕ ਉਹਨਾਂ ਨੂੰ ਕਿਹਾ ਵੀ 24 ਘੰਟਿਆਂ ਦੇ ਵਿੱਚ ਤੁਸੀਂ ਆ ਜਾਓ ਵਾਪਸ, ਸਾਡੇ ਨਾਲ ਬਹਿ ਕੇ ਗੱਲ ਕਰੋ। ਜਿਹੜੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਜਿਹੜਾ ਮਹਾਂ ਵਿਕਾਸ ਅਗਾੜੀ ਗੱਠਜੋੜ ਆ ਉਹਨੂੰ ਤੋੜਨਾ ਚਾਹੁੰਦੇ ਆ, ਅਸੀਂ ਉਹ ਤੋੜਨ ਲਈ ਤਿਆਰ ਆ। ਤੇ ਦੂਜੇ ਪਾਸੇ ਉद्धਵ ਠਾਕਰੇ ਨੇ ਵੀ ਕਿਹਾ ਕਿ ਮੈਂ ਬਿਲਕੁਲ ਸੱਤਾ ਦਾ ਲਾਲਚੀ ਨਹੀਂ ਆ, ਮੈਨੂੰ ਬਿਲਕੁਲ ਕੁਰਸੀ ਨਹੀਂ ਚਾਹੀਦੀ। ਮੈਨੂੰ ਇੱਕ ਵਾਰੀ ਮੇਰੇ ਜਿਹੜੇ MLA ਆ ਕੇ ਕਹਿ ਦੇਣ, ਉਹਨਾਂ 'ਚੋਂ ਇੱਕ ਵੀ ਆ ਕੇ ਕਹਿ ਦੇਵੇ ਕਿ ਭਾਈ ਤੂੰ ਕਾਬਲ ਨਹੀਂ ਇੱਥੇ ਬਹਿਣ ਦੇ ਤੇ ਮੈਂ ਉਸੇ ਵੇਲੇ ਛੱਡ ਦੂੰਗਾ। ਹਾਲਾਂਕਿ ਇਹ ਗੱਲ ਬੜੀ ਔਖੀ ਆ ਕਿ ਕੋਈ ਆਪਣੇ ਲੀਡਰ ਨੂੰ ਇਹ ਕਵੇ ਕਿ ਤੂੰ ਕਾਬਲ ਨਹੀਂ ਆ। ਤੇ ਕਾਬਲ ਤੇ ਸਿਆਸਤਦਾਨ ਜਿੰਨੇ ਹੈਗੇ ਆ ਸਾਨੂੰ ਪਤਾ ਹੀ ਆ ਕੀ ਕੀ ਕਰਦੇ ਨੇ, ਕਿੱਦਾਂ ਦੇ ਜੋੜ ਤੋੜ ਹੁੰਦੇ ਨੇ। ਸੋ ਲੱਗਦਾ ਇਹ ਆ ਕਿ ਸ਼ਿਵ ਸੈਨਾ ਇਹ ਗੱਠਜੋੜ ਵੀ ਤੋੜ ਸਕਦੀ ਆ ਤੇ ਕੁਝ ਹੋਰ ਨਵਾਂ ਪੈਦੜਾ ਅਪਣਾ ਸਕਦੀ ਹੈ ਜਿਹੜਾ ਹਿੰਦੂਤਵ ਦੇ ਮੁੱਦੇ ਦੇ ਉੱਤੇ ਉਹਨਾਂ ਦਾ ਵਿਗਾੜ ਪਿਆ ਦੱਸਿਆ ਜਾ ਰਿਹਾ। ਵੈਸੇ ਵਿਗਾੜ ਤੇ ਅਕਸਰ ਪਾਵਰ ਦਾ ਹੀ ਹੁੰਦਾ ਆ, ਇਹ ਤੇ ਬਹਾਨੇ ਹੁੰਦੇ ਆ ਕਿ ਹਿੰਦੂਤਵ ਦਾ ਮੁੱਦਾ ਨਹੀਂ ਲਿਆ ਜਾਂ ਦੂਜਾ ਨਹੀਂ ਲਿਆ, ਇਹ ਤੇ ਇੱਕ ਸਿਆਸੀ ਕਾਰਨ ਬਣ ਜਾਂਦੇ ਆ। ਸੋ ਮੈਨੂੰ ਲੱਗਦਾ ਹੈ ਕਿ ਸ਼ਿਵ ਸੈਨਾ ਵਾਲੇ ਕਾਫੀ ਫੂਕ ਕੇ ਕਦਮ ਰੱਖ ਰਹੇ ਆ।
ਹਾਲਾਂਕਿ ਉੱਥੇ ਇੱਕ ਬੜੇ ਘਾਗ ਸਿਆਸਤਦਾਨ ਸ਼ਰਦ ਪਵਾਰ ਵੀ ਬੈਠੇ ਆ, ਉਹ ਵੀ ਜ਼ਰੂਰ ਇਸ ਸੰਕਟ ਚੋਂ ਕੱਢਣ ਲਈ ਭਾਵੇਂ ਉਹ ਸਰਕਾਰ ਦੀ ਬਲੀ ਹੋ ਜੇ, ਉਹਨਾਂ ਦੀ ਪਾਰਟੀ ਬਾਹਰ ਹੋ ਜੇ, ਪਰ ਕਿਉਂਕਿ ਉਹਨਾਂ ਦੀ ਸਾਂਝ ਇੱਕ ਬਣੀ ਆ, ਉਹ ਜ਼ਰੂਰ ਉद्धਵ ਠਾਕਰੇ ਨੂੰ ਕੋਈ ਸਹੀ ਸਲਾਹ ਦੇਣਗੇ। ਉਹਨਾਂ ਨੇ ਤਾਂ 2 ਦਿਨ ਪਹਿਲਾਂ ਸਲਾਹ ਦੇ ਦਿੱਤੀ ਸੀ। ਉਹਨਾਂ ਨੇ ਸਲਾਹ ਦਿੱਤੀ ਸੀ ਭਾਈ ਸ਼ਿਵ ਸੈਨਾ ਨੂੰ ਬਚਾ ਲਓ, ਉਹ ਸ਼ਿੰਦੇ ਜਿਹੜਾ ਆ ਉਹਨੂੰ ਮੁੱਖ ਮੰਤਰੀ ਬਣਾ ਦਿਓ, ਕੋਈ ਗੱਲ। ਤੇ ਉਹ ਇਹ ਵੀ ਕਰ ਸਕਦੇ ਆ ਵੀ ਹਾਂ ਕਾਂਗਰਸ ਨੇ ਤਾਂ ਕੱਲ ਮੀਟਿੰਗ ਕਾਲ ਕੀਤੀ ਸੀ, ਸ਼ਾਇਦ ਇਹ ਫੈਸਲਾ ਹੋ ਗਿਆ ਵੀ ਅਸੀਂ ਇਸ ਗੱਠਜੋੜ ਤੋਂ ਬਾਹਰ ਆ ਜਾਂਦੇ ਆ, ਕੋਈ ਗੱਲ ਨਹੀਂ। ਤੇ ਐਨਸੀਪੀ ਕਹਿੰਦੀ ਸੀ ਅਸੀਂ ਸ਼ਿਵ ਸੈਨਾ ਦੇ ਨਾਲ ਹੈ, ਪਰ ਉਹ ਇਹ ਫੈਸਲਾ ਕਰਨ 'ਚ ਉਹਨਾਂ ਨੂੰ ਕੋਈ ਹਰਜ ਨਹੀਂ ਹੋਏਗਾ ਵੀ ਜੇ ਸ਼ਿਵ ਸੈਨਾ ਜਿਹੜੀ ਹੈ, ਕਿਉਂਕਿ ਜਿੱਦਾਂ ਤੁਸੀਂ ਵੀ ਦੱਸਿਆ ਕਿ ਜਿਹੜੀ ਸਾਂਝ ਉਹਨਾਂ ਦੀ ਬਣ ਚੁੱਕੀ ਹੈ, ਵੀ ਜੇ ਹਾਲ ਫਿਲਹਾਲ ਜਾਣਾ ਵੀ ਚਾਹੁੰਦੀ ਆ ਮਹਾ ਵਿਕਾਸ ਅਗਾੜੀ ਤੋਂ ਬਾਹਰ ਤੇ ਬਚਾਉਣ ਵਾਸਤੇ ਤਾਂ ਉਹ ਜਾ ਕੇ ਕੋਈ ਐਡਾ ਮਸਲਾ ਨਹੀਂ ਹੈ। ਪਰ ਇਹ ਵੀ ਜਿਹੜੀ ਖੇਡ ਪਿਛਲੇ 2.5 ਸਾਲ ਤੋਂ ਜਿਹੜੀ ਵਿਉਂਤਬੰਦੀ ਕੀਤੀ ਭਾਰਤੀ ਜਨਤਾ ਪਾਰਟੀ ਨੇ, ਉਹ ਤਾਂ ਹੁਣ ਮੈਨੂੰ ਲੱਗਦਾ ਸਿਰੇ ਚੜ੍ਹ ਕੇ ਹਟਣਗੀ। ਜਿਹੜਾ ਏਕਨਾਥ ਸ਼ਿੰਦੇ ਆ, ਉਹਦੇ ਨਾਲ 42 MLA ਤਾਂ ਸ਼ਿਵ ਸੈਨਾ ਦੇ ਚਲ ਗਏ, 7 ਚਲ ਗਏ ਆਜ਼ਾਦ, 49 MLA ਉਹਨਾਂ ਕੋਲ ਹੋ ਗਏ। 42 MLA ਸ਼ਿਵ ਸੈਨਾ ਦੇ ਜਾਣ ਦੇ ਨਾਲ ਜਿਹੜਾ ਦਲ ਬਦਲੀ ਕਾਨੂੰਨ ਦੀ ਉਹਨਾਂ ਤੇ ਜਿਹੜਾ ਆ ਕੋਈ ਅਸਰ ਨਹੀਂ ਕਰੇਗਾ। ਉਹਨਾਂ ਨੂੰ 37 MLA ਚਾਹੀਦੇ ਸੀ, ਸ਼ਿਵ ਸੈਨਾ ਦੇ 42 ਚਲ ਗਏ ਉਹਦੇ ਨਾਲ। ਦੂਜੀ ਗੱਲ ਹੈ, ਬੀਜੇਪੀ ਨੇ ਪੇਸ਼ਕਸ਼ ਕਰਤੀ ਵੀ ਤੁਹਾਨੂੰ 8 ਅਸੀਂ ਕੈਬਨਿਟ ਮਿਨਿਸਟਰ ਦੇ ਦੇਣੇ ਆ, ਸਾਂਝੀ ਸਰਕਾਰ ਸਾਡੀ ਦਾ ਬਣਾਓ, 8 ਕੈਬਨਿਟ ਮਿਨਿਸਟਰ ਦੇ ਦੇਣੇ ਆ ਤੇ ਬਾਕੀ 6 ਦੇ ਵੀ ਸਟੇਟ ਮਿਨਿਸਟਰ ਤੁਹਾਡੇ। ਸੋ ਉਹ ਜਿਹੜਾ ਏਕਨਾਥ ਸ਼ਿੰਦੇ ਆ, ਉਹਨੇ ਇੱਕ ਕਿਸਮ ਦਾ ਸ਼ਿਵ ਸੈਨਾ ਤੇ ਵੀ ਕਬਜ਼ਾ ਕਰ ਰਿਹਾ ਤੇ ਸਰਕਾਰ ਉੱਤੇ ਵੀ ਕਬਜ਼ਾ ਉਹਦਾ ਲਗਭਗ ਹੋ ਗਿਆ ਹੈ। ਸੋ ਉੱਥੋਂ ਹੁਣ ਮੈਨੂੰ ਲੱਗਦਾ ਵਾਪਸ ਨਹੀਂ ਮੁੜਦੇ, ਪਰ ਪੋਸੀਬਿਲਿਟੀ ਹੈ, ਕਿਉਂਕਿ ਉਹਨੇ ਬਾਰ-ਬਾਰ ਇੱਕ ਗੱਲ ਕਹੀ ਵੀ ਅਸੀਂ ਬਾਲਾ ਸਾਹਿਬ ਠਾਕਰੇ ਦੀ ਜਿਹੜੀ ਵਿਚਾਰਧਾਰਾ ਆ ਉਹਦੇ ਤੇ ਸਟੈਂਡ ਕਰਦੇ। ਉਹਨੇ ਸ਼ਰਤ ਵੀ ਜਿਹੜੀ ਇਹੀ ਰੱਖੀ ਸੀ ਵੀ ਇਹ ਮਹਾ ਵਿਕਾਸ ਅਗਾੜੀ ਜਿਹੜਾ ਗੱਠਜੋੜ ਜੋੜੋ ਤੇ ਸਰਕਾਰ ਬਣਾਓ ਬੀਜੇਪੀ ਨਾਲ ਰਲ ਕੇ, ਕਿਉਂਕਿ ਬੀਜੇਪੀ ਵੀ ਹਿੰਦੂਤਵ ਦੀ ਪੋਲਿਟਿਕਸ ਵਾਲੀ ਪਾਰਟੀ ਹੈ ਤੇ ਅਸੀਂ ਵੀ ਬਾਲਾ ਸਾਹਿਬ ਠਾਕਰੇ ਦੀ ਪਾਰਟੀ ਵਾਲੇ ਹਿੰਦੂਤਵ ਦੀ ਪੋਲਿਟਿਕਸ ਕਰਨ ਵਾਲੇ ਹੈਗੇ ਆ। ਸੋ ਇਸ ਕਰਕੇ ਜੇ ਸੰਜੇ ਰਾਉਤ ਜਾਂ ਉद्धਵ ਠਾਕਰੇ ਨੇ ਜੇ ਇੱਦਾਂ ਦੀ ਪੇਸ਼ਕਸ਼ ਕੀਤੀ ਹੈ ਜਿਹੜੀ ਤੁਸੀਂ ਦੱਸੀ ਹੈ ਵੀ ਆ ਜਾਓ ਭਾਈ ਇੱਕ ਵਾਰੀ ਆ ਕੇ ਬੈਠ ਕੇ ਗੱਲ ਕਰ ਲਓ, ਅਸੀਂ ਉਹ ਜਿਹੜਾ ਆਪਣਾ ਗੱਠਜੋੜ ਆ ਉਹਨੂੰ ਛੱਡਣ ਵਾਸਤੇ ਤਿਆਰ ਹੈ। ਦੂਜੀ ਗੱਲ, ਜਿਹੜਾ ਉद्धਵ ਠਾਕਰੇ ਆ ਉਹਨੇ ਤਾਂ 2 ਦਿਨ ਪਹਿਲੇ CM ਹਾਊਸ ਤਾਂ ਖਾਲੀ ਕਰਤਾ। ਉਹਨੇ ਤਾਂ ਕਹਿ ਤਾ CM ਹਾਊਸ ਖਾਲੀ ਕਰਨ ਦਾ ਮਤਲਬ ਇਹ ਹੈ ਕਿ ਮੈਂ ਮੁੱਖ ਮੰਤਰੀ ਨਹੀਂ ਰਹਿੰਦਾ। CM ਹਾਊਸ ਖਾਲੀ ਕਰਤਾ, ਮਾਤੋਸ਼ਰੀ ਦੇ ਵਿੱਚ ਜਿਹੜਾ ਉਹਨਾਂ ਦਾ ਰਿਹਾਇਸ਼ ਹੈਗੀ ਆ ਉੱਥੇ ਉਹ ਚਲੇ ਗਏ। ਦਸਾਂਝ ਸਾਹਿਬ ਇਹ ਵੀ ਇੱਕ ਸਿਆਸੀ ਸਟੰਟ ਹੁੰਦਾ ਜੀ, ਆਪਣੇ ਵਰਕਰਾਂ ਨੂੰ ਭਾਵਕ ਕਰਨ ਲਈ ਇੱਕ ਸਿਆਸੀ ਸਟੰਟ ਹੁੰਦਾ ਆ ਮੇਰੇ ਖਿਆਲ 'ਚ, ਕਿਉਂਕਿ ਬਾਲ ਠਾਕਰੇ ਪਰਿਵਾਰ ਦਾ ਜਿਹੜਾ ਕਬਜ਼ਾ ਹੈ ਨਾ ਜੀ, ਕਾਲ ਇਕਾਰੀ ਲੈ ਲਵਾਂ ਉੱਤੇ ਗੱਲ ਅੱਗੇ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਗਿਲ ਸਾਹਿਬ, ਮੈਂ ਸ਼ਰਮਾ ਬੋਲ ਰਿਹਾ ਸੀ। ਜੀ ਸ਼ਰਮਾ ਜੀ, ਹਾਂਜੀ ਵੈਲਕਮ। ਮੈਂ ਇਹ ਪੁੱਛਣਾ ਚਾਹੁੰਦਾ ਵੀ ਕਿਤੇ ਸ਼ਰਦ ਪਵਾਰ ਦੀ ਕੋਈ ਚਾਲਤਾ ਨਹੀਂ ਹੈ ਇਸ 'ਚ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ, ਸ਼ਿਵ ਸੈਨਾ ਨੂੰ ਥੱਲੇ ਕਰਨ ਵਾਸਤੇ? ਇਹ ਵੀ ਆਪਾਂ ਉਹਨਾਂ ਨੂੰ ਪੁੱਛ ਲੈਂਦੇ ਆ, ਪਰ ਲੱਗਦਾ ਨਹੀਂ ਆ ਮੈਨੂੰ ਇਸ ਸਟੇਜ ਦੇ ਉੱਤੇ। ਚਲੋ ਮੈਂ ਦਸਾਂਝ ਸਾਹਿਬ ਐਕਸਪਰਟ ਨੇ, ਉਹਨਾਂ ਨੂੰ ਪੁੱਛ ਲਿਆ। ਇਹਦੇ ਵਿੱਚ ਕਾਫੀ ਗਹਿਰਾਈ ਹੈ। ਹਾਂਜੀ ਹਾਂਜੀ, ਸ਼ਰਮਾ ਜੀ ਜਾਣਨਾ ਚਾਹੁੰਦੇ ਆ ਕਿ ਇਹਦੇ ਪਿੱਛੇ ਮਤਲਬ ਸਿਆਸੀ ਚਾਲਾਂ ਗੁੱਝੀਆਂ ਹੁੰਦੀਆਂ, ਕਈ ਵਾਰ ਨਹੀਂ ਪਤਾ ਲੱਗਦੀਆਂ। ਉਹ ਕਹਿੰਦੇ ਕਿਤੇ ND ਜਿਹੜੀ ਉਹਨਾਂ ਦੀ ਪਾਰਟੀ ਆ, ਨੈਸ਼ਨਲ ਕਾਂਗਰਸ ਪਾਰਟੀ NCP, ਉਹਨੂੰ ਕਿਤੇ ਇਹਦੇ ਪਿੱਛੇ ਸ਼ਰਦ ਪਵਾਰ ਹੋਣ ਦੀ ਕੋਈ ਚਾਲ ਤੇ ਨਹੀਂ? ਦੇਖੋ, ਸ਼ਰਦ ਪਵਾਰ ਬੜੇ ਘਾਗ ਲੀਡਰ ਨੇ ਮਹਾਰਾਸ਼ਟਰ ਦੇ ਵਿੱਚ, ਉਹਨਾਂ ਦਾ ਸਿੱਕਾ ਚੱਲ ਰਿਹਾ ਹਾਲੇ ਵੀ, ਪਰ ਇਸ ਮੁਕਾਮ ਤੇ ਆ ਕੇ ਜਦੋਂ 2024 ਇੱਥੇ ਹੋਵੇ ਤੇ ਘੱਟੋ ਘੱਟ ਜਿਹੜੀ ਸਾਂਝੀ ਸਰਕਾਰ ਚੱਲਦੀ ਸੀ ਤੇ ਇਹ ਸਰਕਾਰ 2.5 ਸਾਲ ਹੋਰ ਚੱਲਦੀ, ਜਾਂ 2.5 ਸਾਲ ਤੋਂ ਪਹਿਲੇ ਜਿਹੜਾ 2024 ਵੀ ਆਉਣਾ ਸੀ, ਉਦੋਂ ਵੀ ਉਹਨਾਂ ਨੇ ਫਿਰ ਜਿੱਦਾਂ ਸਰਕਾਰ 'ਚ ਸਾਂਝੇ ਭਾਈਵਾਲ ਸੀਗੇ ਤੇ ਇਹਨਾਂ ਨੇ एकजुट बना के महाराष्ट्र के चोन लड़नी सी, बख्शवादी सी, ਜਿਹੜੇ ਚੰਗੇ ਨਤੀਜੇ ਇਹਨਾਂ ਦੇ ਪੱਖ 'ਚ ਆ ਸਕਦੇ ਸੀ। ਉਹ ਮੌਕਾ ਉਹਨਾਂ ਨੇ ਆਪ ਹੀ ਕਿਉਂ ਗਵਾਉਣਾ? ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਸਿਚੁਏਸ਼ਨ ਸ਼ਿਵ ਸੈਨਾ ਦੇ ਅੰਦਰ ਪੈਦਾ ਹੋਈ ਆ, ਸ਼ਿਵ ਸੈਨਾ ਜਿਹੜੀ ਲਗਭਗ ਟੁੱਟਣ ਦੇ ਕੰਢੇ ਤੇ ਟੁੱਟੇ ਗਈ, ਸਮਝੋ ਕਿ ਜੇ ਨਾ ਸਾਂਭੀ ਗਈ ਇੱਕ ਦੂਜੇ ਨਾਲ ਦੇ ਵਿੱਚ, ਵੀ ਇਹ ਸਿਚੁਏਸ਼ਨ ਸ਼ਰਦ ਪਵਾਰ ਦੀ ਕੋਈ ਖੇਡ ਇਹਦੇ ਪਿੱਛੇ ਕੰਮ ਕਰਦੀ ਹੈ। ਇਹਦੇ ਪਿੱਛੇ ਜਿਹੜੀ ਮੈਂ ਗੱਲ ਕਹੀ ਹੈ ਕਿ ਆਪਰੇਸ਼ਨ ਲੋਟਸ ਜਿਹੜਾ ਆ,
ਜਿਹੜਾ ਭਾਰਤੀ ਜਨਤਾ ਪਾਰਟੀ ਨੇ ਸ਼ੁਰੂ ਕੀਤਾ ਆ ਪਿਛਲੇ 6 ਸਾਲਾਂ 'ਚ 7 ਸੂਬਿਆਂ ਦੇ ਵਿੱਚ ਅਜਮਾਇਸ਼ ਕਰ ਚੁੱਕੇ ਆ ਇਸ ਆਪਰੇਸ਼ਨ ਦੀ, ਜਿਸ 'ਚ 5ਵੇਂ ਸੂਬੇ 'ਚੋਂ ਸਫਲ ਹੋ ਜਾ ਰਹੇ ਆ, 4 ਸੂਬੇ 'ਚ ਪਹਿਲਾਂ ਸਫਲ ਹੋ ਗਿਆ, 3 'ਚ ਫੇਲ ਹੋਏ ਸੀ। ਤੇ ਇਹ ਦੂਜਾ ਬਦਲਾ ਲੈਣ ਦੀ ਜਿਹੜੀ ਇੱਕ ਭਾਵਨਾ ਸੀ ਉਹ ਹੋਇਆ 2.5 ਸਾਲ ਪਹਿਲਾਂ। ਬਸ ਸਭ ਤੋਂ ਵੱਡੀ ਪਾਰਟੀ ਭਾਰਤੀ ਜਨਤਾ ਪਾਰਟੀ ਮਹਾਰਾਸ਼ਟਰ ਵਿੱਚ 106 ਸੀਟਾਂ, ਸਭ ਤੋਂ ਵੱਡੀ ਪਾਰਟੀ ਤੇ ਨਾਲ ਦੀ ਨਾਲ ਜਿਹੜੀ ਰਾਜਨੀਤੀ ਉਹ ਕਰਦੀ ਹੈਗੀ ਆ ਭਾਰਤੀ ਜਨਤਾ ਪਾਰਟੀ, ਉਸੇ ਤਰ੍ਹਾਂ ਦੀ ਰਾਜਨੀਤੀ ਕਰਨ ਵਾਲੀ ਉਹਨਾਂ ਦੀ ਸਹਿਯੋਗੀ ਜਿਨ੍ਹਾਂ ਨੇ ਰਲ ਕੇ ਚੋਣ ਲੜੀ ਗਠਜੋੜ ਬਣਾ ਕੇ ਐਨਡੀਏ ਵਿੱਚੋਂ ਸ਼ਿਵ ਸੈਨਾ। ਤੇ ਜਦੋਂ ਸਰਕਾਰ ਬਣਾਉਣ ਦੀ ਗੱਲ ਆਈ ਤਾਂ ਫਿਰ ਸੀਐਮ ਦੀ ਕੁਰਸੀ ਨੂੰ ਲੈ ਕੇ ਹੋ ਗਿਆ ਝਗੜਾ ਤੇ ਰਾਤੋਂ ਰਾਤ ਉਹਨਾਂ ਨੇ ਆਪਣੀ ਸਰਕਾਰ ਬਣਾ ਲਈ। ਬੀਜੇਪੀ ਨੇ ਦੇਵੇਂਦਰ ਫੜਨਵੀਸ ਨੂੰ ਮੁੱਖ ਮੰਤਰੀ ਬਣਾਤਾ ਤੇ ਐਨਸੀਪੀ ਨੂੰ ਤੋੜਨ ਲਈ ਅਜੀਤ ਪਵਾਰ ਜਿਹੜਾ ਸ਼ਰਦ ਪਵਾਰ ਦਾ ਭਤੀਜਾ ਉਹਨੂੰ ਡਿਪਟੀ ਸੀਐਮ ਬਣਾ ਦਿੱਤਾ। ਪਰ ਸ਼ਿਵ ਸੈਨਾ ਪਲਟੀ ਮਾਰ ਗਈ, ਸ਼ਿਵ ਸੈਨਾ ਨੇ ਹੱਥ ਬਣਾ ਲਿਆ ਐਨਸੀਪੀ ਦੇ ਨਾਲ ਤੇ ਕਾਂਗਰਸ ਦੇ ਨਾਲ, ਤੇ ਅਜੀਤ ਪਵਾਰ ਨਾਲ ਐਨਸੀਪੀ ਦਾ ਕੋਈ ਐਮਐਲਏ ਇੱਕ ਵੀ ਨਹੀਂ ਗਿਆ। 24 ਘੰਟੇ ਉਹ ਸਰਕਾਰ ਚੱਲਦੀ ਨਹੀਂ, ਸਰਕਾਰ ਤੋਂ ਬਾਹਰ ਆ ਗਏ ਤੇ ਸਰਕਾਰ ਬਣਾ ਲਈ ਇਹਨਾਂ ਨੇ ਐਨਸੀਪੀ ਤੇ ਰਾਸ਼ਟਰਪਤੀ ਕਾਂਗਰਸ ਦਾ ਮਿਲ ਕੇ, ਕਾਂਗਰਸ ਪਾਰਟੀ ਤੇ ਐਨਸੀਪੀ ਦਾ ਮਿਲ ਕੇ ਸ਼ਿਵ ਸੈਨਾ ਨੇ ਤੇ ਉਦੋਂ ਠਾਕਰੇ ਬਣ ਕੇ ਇਹ ਜਿਹੜੀ ਇੱਕ ਤੀਰ ਸੀ ਨਾ ਵੀ ਅਸੀਂ ਸਭ ਤੋਂ ਵੱਡੀ ਪਾਰਟੀ ਸੀ ਮਹਾਰਾਸ਼ਟਰ 'ਚ, ਸਾਡਾ ਸਾਥੀ ਸਾਨੂੰ ਛੱਡ ਕੇ ਕਾਂਗਰਸ ਤੇ ਰਾਸ਼ਟਰਪਤੀ ਕਾਂਗਰਸ ਪਾਰਟੀ ਵਿੱਚ ਚਲਾ ਗਿਆ। ਇਹਦਾ ਬਦਲਾ ਜਿਹੜਾ 2.5 ਸਾਲਾਂ ਬਾਅਦ ਲਿਆ ਗਿਆ। ਵਿਉਂਤਬੰਦੀ ਉਦੋਂ ਤੋਂ ਸ਼ੁਰੂ ਹੋਈ ਸੀ, ਇਸ ਕਰਕੇ ਇਹਦੇ ਪਿੱਛੇ ਸਿੱਧੇ ਤੌਰ ਤੇ ਬੀਜੇਪੀ ਹੈ, ਉਹ ਕੋਈ ਨਹੀਂ ਹੈ। ਤੇ ਸ਼ਰਦ ਪਵਾਰ ਜਿਹੜੇ ਆ ਸਗੋਂ ਸ਼ਿਵ ਸੈਨਾ ਦੇ ਵਿੱਚ ਜਿਹੜੀ ਕਦਰ ਘਟਾਈ ਹੋ ਗਈ ਹੈ ਆਪਣੀ ਉਹਦੀ ਠਾਕਰੇ ਦੀ, ਉਹਦੀ ਵਾਪਸੀ ਲਈ ਯਤਨ ਤਾਂ ਜ਼ਰੂਰ ਕਰ ਰਹੇ ਆ। ਇਸ ਸਿਚੁਏਸ਼ਨ ਲਿਆਉਣ ਵਾਸਤੇ ਉਹਨਾਂ ਦੀ ਕੋਈ ਇੱਦਾਂ ਦੀ ਕੋਈ ਕਰ ਪਾਏ। ਦਸਾਂਝ ਸਾਹਿਬ ਜਿਹੜੀ ਮਹਾਰਾਸ਼ਟਰ ਦੀ ਰਾਜਨੀਤੀ ਹੈ ਨਾ, ਵੈਸੇ ਤਾਂ ਦੱਖਣ ਭਾਰਤ ਦੀ ਰਾਜਨੀਤੀ ਥੋੜ੍ਹੀ ਜਿਹੀ ਇੱਦਾਂ ਦੀ ਆ ਕਿ ਕੁਝ ਜਿਹੜੇ ਲੀਡਰ ਹੁੰਦੇ ਆ ਉਹਨਾਂ ਪ੍ਰਤੀ ਜਿਹੜੇ ਲੋਕ ਨੇ ਨਾ ਉਹ ਇੰਨੇ ਕੁ ਸਿਰਦ ਹੁੰਦੇ ਆ। ਬਾਲ ਠਾਕਰੇ ਨੂੰ ਅਸੀਂ ਬਹੁਤ ਕ੍ਰਿਟਿਸਾਈਜ਼ ਕਰਦੇ ਰਹੇ ਹਾਂ, ਬਾਹਰ ਵਾਲੇ ਲੋਕ ਆਪਣੇ ਢੰਗ ਨਾਲ, ਪਰ ਜਿਹੜੇ ਮਹਾਰਾਸ਼ਟਰੀਅਨ ਲੋਕ ਨੇ ਖਾਸ ਕਰਕੇ ਬੰਬੇ ਦੇ ਵਿੱਚ ਜਿਹੜੀ ਉਹਨਾਂ ਦੀ ਪਕੜ ਸੀਗੀ, ਜਿਸ ਤਰੀਕੇ ਨਾਲ ਉਹਨਾਂ ਦਾ ਉਭਾਰ ਹੋਇਆ ਸੀ, ਆਪਾਂ ਅੱਗੇ ਵੀ ਇੱਕ ਦਿਨ ਡਿਸਕਸ ਕੀਤਾ ਸੀ ਉਭਾਰ ਕਿਉਂ ਹੋਇਆ, ਉਹਦੇ ਪਿੱਛੇ ਕੀ ਕਾਰਨ ਆ, ਕਿਹੜੀਆਂ ਤਾਕਤਾਂ ਨੇ ਜਿਨ੍ਹਾਂ ਨੂੰ ਉਹਨੂੰ ਉਭਾਰਿਆ ਤੇ ਉਹਦੇ ਪਿੱਛੇ ਕੀ ਕਾਰਨ ਸੀਗੇ, ਉਹ ਸਾਰੀਆਂ ਚੀਜ਼ਾਂ ਲੋਕਾਂ ਨੂੰ ਸਪਸ਼ਟ ਨੇ। ਪਰ ਇਹਦੇ ਬਾਵਜੂਦ ਵੀ ਜਿਹੜੀ ਸ਼ਿਵ ਸੈਨਾ ਪ੍ਰਤੀ ਡੈਡੀਕੇਸ਼ਨ ਹੈ ਉਹਨਾਂ ਦੇ ਵਰਕਰ ਦੀ, ਜਿਹੜੇ ਸ਼ਿਵ ਸੈਨਿਕ ਨੇ, ਉਹ ਉੱਦਾਂ ਦੀ ਨਹੀਂ ਹੈ ਜਿੱਦਾਂ ਦੀ ਅਕਾਲੀ ਦਲ ਨਾਲ ਅਕਾਲੀ ਦਲ ਦੇ ਵਰਕਰਾਂ ਦੀ ਹੈ ਵੀ ਕੋਈ ਨਹੀਂ ਗੁੱਸੇ ਹੋ ਗਏ ਤੇ ਕਾਂਗਰਸ ਨੂੰ ਵੋਟ ਪਾਤੀ, ਉੱਧਰ ਹੋ ਗਏ। ਉਹ ਮਰਨ ਤੱਕ ਜੁੜਦੇ ਆ ਜੀ ਆਪਣੇ ਲੀਡਰ ਪ੍ਰਤੀ। ਸਾਊਥ ਵਿੱਚ ਵੀ ਇਹ ਰਿਵਾਜ ਆ, ਲੀਡਰ ਨੂੰ ਮਾੜਾ ਜਿਹਾ ਸੇਕ ਲੱਗਦਾ ਉਹਦੀ ਅਰੈਸਟ ਹੁੰਦੀ ਆ ਤੇ ਕਿੰਨੇ ਸੁਸਾਈਡ ਹੋ ਜਾਂਦੇ ਆ ਉਸ ਤੇ। ਨਹੀਂ ਮਤਲਬ ਲੋਕ ਭਾਵਨਾਤਮਕ ਤੌਰ ਤੇ ਵੀ ਜੁੜਦੇ ਆ ਆਪਣੇ ਲੀਡਰ ਨਾਲ। ਤੇ ਇਦਾਂ ਦੀ ਪੋਲਿਟਿਕਸ ਜਿਹੜੀ ਆ ਮਹਾਰਾਸ਼ਟਰ ਦੇ ਵਿੱਚ ਵੀ ਚੱਲਦੀ ਆ, ਪਾਰਟੀਕੂਲਰਲੀ ਜਿਹੜਾ ਬਾਲ ਠਾਕਰੇ ਪਰਿਵਾਰ ਉਹਦੇ ਨਾਲ। ਇਹ ਗੱਲ ਠੀਕ ਹੈ ਤੁਹਾਡੀ, ਇਸੇ ਕਰਕੇ ਮੈਂ ਕਹਿੰਦਾ ਵੀ ਅੱਜ ਦਿਖਾਈ ਦੇ ਰਿਹਾ ਵੀ ਉद्धਵ ਠਾਕਰੇ ਜਾਂ ਠਾਕਰੇ ਪਰਿਵਾਰ ਜਿਹੜਾ ਆ ਉਹ ਇੱਕ ਕਿਸਮ ਦਾ ਆਊਟ ਆਫ ਸੀਨ ਕਰ ਦਿੱਤਾ ਗਿਆ ਸ਼ਿਵ ਸੈਨਾ ਦੇ ਵਿੱਚ, ਕਿਉਂਕਿ ਜਿਹੜੇ ਜ਼ਿਆਦਾ ਵਿਧਾਇਕ ਹੈ ਉਹ ਏਕਨਾਥ ਸ਼ਿੰਦੇ ਨਾਲ ਜਾ ਕੇ ਖੜ ਗਏ। ਪਰ ਇਨ ਪ੍ਰੈਕਟਿਸ ਪਤਾ ਉਦੋਂ ਲੱਗੂਗਾ ਜਦੋਂ 2024 ਦੀਆਂ ਚੋਣਾਂ ਆਉਂਦੀਆਂ। ਪਰ ਇਹ ਜ਼ਰੂਰ ਹੈ ਕਿ ਜਿਹੜਾ ਏਕਨਾਥ ਸ਼ਿੰਦੇ ਆ ਉਹ ਅੱਜ ਦਾ ਲੀਡਰ ਨਹੀਂ ਬਣਿਆ, ਉਹ ਕਾਫੀ 1980 ਦੇ ਵਿੱਚ ਉਹ ਸ਼ਿਵ ਸੈਨਾ ਦੇ ਵਿੱਚ ਆਉਂਦਾ ਹੈ ਤੇ ਮੁੜ ਕੇ ਲਗਾਤਾਰ ਜਿਹੜਾ ਉਹਦਾ ਇਲਾਕਾ ਆ ਥਾਣਾ ਜ਼ਿਲ੍ਹਾ ਜਿਹੜਾ ਆ ਉਹਨੂੰ ਕਹਿੰਦੇ ਆ, ਉੱਥੇ ਇੱਕ ਛਤਰ ਰਾਜ ਜਿਹੜਾ ਉਹਦਾ ਹੋ ਜਾਂਦਾ ਹੈ ਤੇ ਬਾਲਾ ਸਾਹਿਬ ਠਾਕਰੇ ਦੀ ਛਤਰ ਛਾਇਆ ਜੀ ਅੱਗੇ ਵੱਧਦਾ ਉਹ, ਤੇ ਉਹਦਾ ਅਸਰ ਜਿਹੜਾ ਇੱਕ ਖਾਸ ਇਲਾਕੇ 'ਚ ਬੜਾ ਜ਼ਬਰਦਸਤ ਹੈ। ਉਹ ਅਸਰ ਕਿੰਨਾ ਕੁ ਕੰਮ ਕਰਦਾ ਕਿੰਨਾ ਨਹੀਂ, ਮੈਨੂੰ ਤਾਂ ਯਾਦ ਆਉਂਦਾ ਕਿ ਜਿੱਦਾਂ ਮੰਤਰੀ ਬਾਦਲ ਵਕਤ ਹੋਏ ਇੱਥੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ 'ਚੋਂ ਆਪਣਾ ਪਰਿਵਾਰ ਉਹਨਾਂ ਦਾ ਜਿਹੜਾ ਰਾਜਨੀਤਿਕ ਤੌਰ ਦੇ ਉੱਤੇ ਵੱਖਰਾ ਹੋ ਗਿਆ, ਏਦਾਂ ਹੀ ਠਾਕਰੇ ਪਰਿਵਾਰ ਦੇ ਵਿੱਚ ਵੀ ਵਾਪਰਿਆ ਸੀ। ਬਾਲਾ ਸਾਹਿਬ ਠਾਕਰੇ ਦਾ ਸਗਾ ਭਤੀਜਾ ਰਾਜ ਠਾਕਰੇ ਜਿਹੜਾ ਆ ਉਹਨੇ ਵੱਖਰਾ ਹੋ ਕੇ ਜਿਹੜੇ ਆ ਮਨਸੇ ਜਿਹੜੀ ਬਣਾਈ ਸੀ, ਵੱਖਰੀ ਪਾਰਟੀ ਬਣਾਈ ਸੀ, ਉਹਦਾ ਵੀ ਇੰਨਾ ਅਸਰ ਨਹੀਂ ਸੀ ਉਦੋਂ ਦੇਖਿਆ ਗਿਆ ਜਿੰਨਾ ਵਿਧਾਇਕਾਂ ਦੇ ਉੱਤੇ ਅਸਰ ਏਕਨਾਥ ਸ਼ਿੰਦੇ ਦਾ ਦਿਖਾਈ ਦਿੱਤਾ। ਇਹਦੇ ਪਿੱਛੇ ਖੇਡ ਹੋਣ ਕਰਕੇ ਸਾਰਾ ਕੁਝ ਹੈ, ਕੋਈ ਏਕਨਾਥ ਸ਼ਿੰਦੇ ਦਾ ਅਸਰ ਨਹੀਂ ਹੈ, ਉਹਦੇ 'ਚ ਮਨੀ ਪਾਵਰ ਵੀ ਕੰਮ ਕਰਦੀ ਹੈ, ਕੇਂਦਰੀ ਸੱਤਾ ਦਾ ਵੀ ਜਿਹੜਾ ਦਖਲ ਹੈ ਉਹ ਇਹਦੇ 'ਚ ਇਨਵੋਲਵ ਹੈ। ਉਦੋਂ ਰਾਜ ਠਾਕਰੇ ਕੋਈ ਨਹੀਂ ਸੀ, ਕੋਈ ਬੀਜੇਪੀ ਵਰਗੀ ਤਾਕਤ ਉਹਦੇ ਪਿੱਛੇ ਨਹੀਂ ਸੀ, ਇਸ ਕਰਕੇ ਰਾਜ ਠਾਕਰੇ ਦਾ ਕੋਈ ਬਦਲਾਅ ਨਹੀਂ ਕਰ ਸਕੇ ਤੇ ਸ਼ਿਵ ਸੈਨਾ ਦੀ ਵੱਡੀ ਤਾਕਤ ਜਿਹੜੀ ਆ ਉਦੋਂ ਠਾਕਰੇ ਦੇ ਨਾਲ ਹੀ ਰਹੀ। ਤੇ ਇਹ ਏਕਨਾਥ ਸ਼ਿੰਦੇ ਕੋਲ ਕਿੰਨੀ ਕੁ ਤਾਕਤ ਹੈ ਅੱਜ ਲੱਗਦਾ ਬਹੁਤ ਵੱਡੀ ਤਾਕਤ ਹੈ,
ਵੀ 54 ਵਿਧਾਇਕਾਂ ਦੇ ਵਿੱਚ 45 ਵਿਧਾਇਕ ਨੂੰ ਆਪਣੇ ਨਾਲ ਲੈ ਗਏ, ਪਰ ਅਸਲੀ ਤਾਕਤ ਦਾ ਜਿਹੜਾ ਪਤਾ ਤਾਂ ਉਦੋਂ ਲੱਗੂਗਾ ਜਦੋਂ ਚੋਣਾਂ ਜਾਣਗੇ ਵੱਖਰੇ। ਬਿਲਕੁਲ, ਜੇ ਮਤਲਬ ਹਾਲਾਤ ਇਦਾਂ ਦੇ ਬਣ ਜਾਂਦੇ ਆ ਕਿ ਅਸੈਂਬਲੀ ਡਿਸੋਲਵ ਹੋ ਜਾਂਦੀ ਆ, ਫਿਰ ਨਵਾਂ ਇਤਿਹਾਸ ਲਿਖਿਆ ਜਾਊਗਾ। ਜੇਕਰ ਜੋੜ ਤੋੜ ਨਾਲ ਕੋਈ ਥੋੜਾ ਸਮਾਂ ਬੀਜੇਪੀ ਕਰ ਵੀ ਲੈਂਦੀ ਆ, ਉਹਦੇ ਚੋਂ ਕੱਢਣ ਪਾਉਣ ਨੂੰ ਕੁਛ ਨਹੀਂ, ਬਦਨਾਮੀ ਵੈਸੇ ਹੋਰ ਖੱਟਣਗੇ ਅਗਲੀ ਇਲੈਕਸ਼ਨ ਦੇ ਵੇਲੇ, ਫਿਰ ਹਾਲਾਤ ਹੋਰ ਹੋਣਗੇ। ਤੁਸੀਂ ਠੀਕ ਕਹਿ ਰਹੇ ਹੋ। ਅੱਛਾ ਦਸਾਂਝ ਸਾਹਿਬ, ਅੱਜ ਇੱਕ ਹੋਰ ਵੱਡੀ ਖਬਰ ਸੀ ਜਿਹੜੀ ਅਸੀਂ ਸਭ ਤੋਂ ਲਾਸਟ 'ਚ ਲੈ ਰਹੇ ਹਾਂ। SYL ਗਾਣਾ ਰਿਲੀਜ਼ ਹੋਇਆ ਮੂਸੇਵਾਲੇ ਦਾ, ਔਰ ਜਿਹਨੂੰ ਲੈ ਕੇ ਕਾਫੀ ਸਿਆਸਤ ਹੋਈ। ਗਾਣੇ ਦੇ ਸ਼ਬਦ ਲੋਕਾਂ ਕੋਲ ਪਹਿਲਾਂ ਸੀਗੇ, ਜਿਹੜੇ ਸਿਮਰਜੀਤ ਮਾਨ ਦਾ ਤੁਹਾਡਾ ਜਾਂ ਦੂਜੇ ਧੜੇ ਉਹਨੂੰ ਯੂਜ਼ ਕਰਨਾ ਚਾਹ ਰਹੇ ਸੀ ਇਸ ਤਰੀਕੇ ਨਾਲ ਕਿ ਉਹ ਆਉਣ ਵਾਲੇ ਸਾਡੇ ਭਵਿੱਖ ਦਾ ਸਾਡੀ ਧਿਰ ਸੀ। ਤੇ ਅੱਜ ਵੀ ਬਹੁਤ ਸਾਰੇ ਪੱਤਰਕਾਰਾਂ ਦੇ, ਸੀਨੀਅਰ ਪੱਤਰਕਾਰਾਂ ਦੇ ਬਿਆਨ ਪਿੱਟੇ। ਇੱਕ ਵੱਡੀ ਲੀਕ ਆ, ਉਹਦੇ ਪਾਰ ਕੌਣ ਖੜਾ ਤੇ ਇੱਧਰਲੇ ਪਾਸੇ ਕੌਣ ਖੜਾ। ਕੋਈ ਕਿਸੇ ਐਂਗਲ ਤੋਂ ਉਹਦੇ ਗਾਣੇ ਨੂੰ ਵੇਖ ਰਿਹਾ, ਕੋਈ ਕਿਸੇ ਤੋਂ ਵੇਖ ਰਿਹਾ, ਪਰ ਜਿਹੜਾ ਉਹ ਮੁੰਡੇ ਦਾ ਹੁਣ ਹੋ ਰਿਹਾ ਕਿ ਉਹ ਤੇ ਜੀ ਇੱਕ ਕਿਸਮ ਦਾ ਸੰਤ ਸੁਭਾਅ ਬੰਦਾ ਸੀਗਾ। ਉਹ ਬਹੁਤ ਹੀ, ਉਹਦੇ ਸਾਰੇ ਔਗਣ ਨਹੀਂ, ਗੁਣ ਹੀ ਗੁਣ ਸਾਨੂੰ ਨਜ਼ਰ ਦਿਖਾਏ ਜਾ ਰਹੇ ਆ ਵੱਖ-ਵੱਖ ਚੈਨਲਾਂ ਵੱਲੋਂ। ਠੀਕ ਆ, ਸਾਡੀ ਹਮਦਰਦੀ ਆ ਉਸ ਪਰਿਵਾਰ ਨਾਲ, ਉਹਨਾਂ ਨਾਲ। ਤੇ ਗੀਤ ਦੇ ਬੋਲਾਂ ਦੇ ਵਿੱਚ ਵੀ ਕੁਝ ਇੱਕ ਲੋਕਾਂ ਨੇ ਤਾਂ ਐਨਾਲਿਸਿਸ ਇਹ ਕੀਤਾ ਕਿ ਜਿੱਦਾਂ ਉਹ ਆਪਣੀ ਹਾਰ ਤੋਂ ਚਿੜ ਕੇ, ਜਿੱਦਾਂ ਪਹਿਲਾ ਗੀਤ ਉਹਦਾ ਆਇਆ ਸੀ ਲੋਕਾਂ ਪ੍ਰਤੀ ਕਿ ਲੋਕ ਗਦਾਰੀ ਕਰਦੇ ਆ, ਤੇ ਹੁਣ ਉਹਨਾਂ ਦੀ ਉਹ ਟੋਪੀਆਂ ਵਾਲੇ, ਯਾਨੀ ਕਿ ਗੁੱਸਾ ਜਿਹੜਾ ਇਸ ਗਾਣੇ ਦੇ ਵਿੱਚ, ਪੱਗ ਨਾਲ ਖਿਓ ਨਾਲ ਟੋਪੀਆਂ ਵਾਲਿਆਂ ਨੂੰ, ਯਾਨੀ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਟੋਪੀ ਆ ਉਹਨੂੰ ਇਸ਼ਾਰਾ ਕੀਤਾ, ਹਿੰਦੂਆਂ ਨੂੰ ਨਹੀਂ ਕਿਹਾ ਉਹਨੇ ਵੈਸੇ। ਤੇ ਦੂਜਾ ਜਿਹੜਾ ਉਹਨੇ ਇੱਕ ਹੋਰ ਵੱਡੇ ਸ਼ੁਰੂਆਤੀ ਮੈਂ ਗੀਤ ਅੱਜ ਆਉਂਦਿਆਂ ਥੋੜ੍ਹਾ ਜਿਹਾ ਸੁਣਿਆ, ਕਿਉਂਕਿ ਬੜੀ ਚਰਚਾ ਸੀਗੀ ਕਿ ਸਾਡਾ ਪੂਰਾ ਲਾਣਾ ਮੋੜ ਦਿਓ, ਹਰਿਆਣਾ ਮੋੜ ਦਿਓ, ਸਾਡਾ ਹਿਮਾਚਲ ਮੋੜ ਦਿਓ। ਕਿ ਇਹ ਪੰਜਾਬ ਦੀ ਪੋਲੀਟਿਕਸ ਨੂੰ ਸੂਟ ਕਰਦੀ ਹੈ ਗੱਲ? ਇਹ ਗੱਲ ਮਾਨ ਰਾਂਦੋ ਹਜਮ ਹੋਊਗੀ ਜਿਹੜੇ ਕਹਿੰਦੇ ਉਹ ਸਾਡਾ ਆਗੂ ਬਣਨਾ ਸੀਗਾ? ਤੇ ਕਾਂਗਰਸੀਆਂ ਨੂੰ ਹਜਮ ਹੋਊਗੀ ਜਿਨ੍ਹਾਂ ਨੇ ਸਾਰੇ ਪਵਾੜੇ ਪਾਏ ਸੀਗੇ? ਉਹਨੂੰ ਆਪਣਾ ਤਾਂ ਕਲੇਮ ਕਰ ਰਹੇ ਆ, ਪਰ ਜਿਹੜੇ ਗਾਣੇ ਦੇ ਅਰਥ ਕੱਢਣ ਵਾਲੀ ਗੱਲ ਹੈ ਉਹ ਕੀ ਇਹਨਾਂ ਨੂੰ ਸੂਟ ਕਰਦੇ ਆ ਕਿਤੇ? ਦੇਖੋ ਇੱਕ ਗਾਣਾ ਆ, ਦੇਖੋ ਉਹਦੀ ਡੈਥ ਤੋਂ ਬਾਅਦ ਬਹੁਤ ਜ਼ਿਆਦਾ ਉਹਦੀ ਡਿਸਕਸ਼ਨ ਹੋਈ ਹੈ, ਤੇ ਉਹਨੂੰ ਸਾਰੀ ਜਿਹੜੀ ਕਲਾਸ ਉਹਨੇ ਆਪਣੇ ਤਰੀਕੇ ਦੇ ਨਾਲ ਉਹਨੂੰ ਯੂਜ਼ ਜਾਂ ਮਿਸਯੂਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ। ਗਾਣਾ ਆ, ਇਹਦੇ ਤੇ ਥੋੜੀ ਬਹੁਤ ਚਰਚਾ ਹੋ ਸਕਦੀ ਹੈ, ਪਰ ਕੋਈ ਗਾਣਾ ਟੋਟਲ ਜਿਹੜਾ ਸੈਟਅਪ ਹੈ ਉਹਦੇ ਦੇ ਵਿੱਚ ਕੋਈ ਐਡੀ ਵੱਡੀ ਭੂਮਿਕਾ ਨਿਭਾ ਜਾਵੇ ਕਿ ਸਾਰਾ ਕੁਝ ਬਦਲ ਜਾਏਗਾ, ਕਿਸੇ ਦੇ ਕਹਿਣ ਦੇ ਨਾਲ ਤਾਂ ਕੋਈ ਚੀਜ਼ ਮੁੜਦੀ ਨਹੀਂ ਹੈ, ਤੇ ਨਾ ਹੀ ਇਹ ਪੋਲੀਟੀਕਲੀ ਜਿਹੜਾ ਪੋਸੀਬਿਲਿਟੀ ਇਹਦੀ ਹੈਗੀ ਹੈ। ਪਰ ਇਹ ਆ ਵੀ ਉਹ ਹੁਣ ਕਿਉਂਕਿ ਉਹ ਨਹੀਂ, ਉਹਦਾ ਕਤਲ ਜਿਸ ਢੰਗ ਦੇ ਨਾਲ ਹੋਇਆ, ਤੇ ਉਸ ਤੋਂ ਬਾਅਦ ਜਿੱਦਾਂ ਸਾਰੀਆਂ ਸਿਆਸੀ ਧਿਰਾਂ ਨੇ, ਕਾਂਗਰਸ ਨੇ, ਖਾਸ ਤੌਰ ਤੇ ਸਿਮਰਜੀਤ ਮਾਨ ਨੇ ਉਹਨੂੰ ਵਰਤਣ ਦੀ ਕੋਸ਼ਿਸ਼ ਕੀਤੀ ਇਹਨਾਂ ਚੋਣਾਂ ਦੇ ਵਿੱਚ, ਖਾਸ ਤੌਰ ਦੇ ਉੱਤੇ। ਉਸ ਤੋਂ ਬਾਅਦ ਇਸ ਕਰਕੇ ਡਿਸਕਸ਼ਨ ਬਹੁਤ ਆ, ਸੋਸ਼ਲ ਮੀਡੀਆ ਤੇ ਬੜਾ ਕੁਝ ਹੋ ਰਿਹਾ, ਕਿਉਂਕਿ ਕੱਲ੍ਹ ਹੀ ਉਹ ਰਿਲੀਜ਼ ਹੋਇਆ, ਤੁਸੀਂ ਤਾਂ ਸੁਣ ਲਿਆ, ਮੈਂ ਤਾਂ ਹਲੇ ਸੁਣਿਆ ਵੀ ਨਹੀਂ, ਤੇ ਸੁਣ ਕੇ ਦੇਖਾਂਗੇ ਤਾਂ ਸ਼ਾਇਦ ਉਸ ਬਿਹਤਰ ਟਿੱਪਣੀ ਕਰ ਸਕਾਂਗੇ ਵੀ ਕੀ ਉਹ ਕਹਿ ਰਿਹਾ ਤੇ ਕਿੰਨਾ ਪੋਸੀਬਿਲਿਟੀ ਹੈਗੀ ਹੈ ਤੇ ਕਿੰਨਾ ਕੁ ਉਹਦੇ 'ਚ ਆਪਾ ਵਿਰੋਧ ਹੈ। ਕਿਉਂਕਿ ਜਿੱਦਾਂ ਤੁਸੀਂ ਜ਼ਿਕਰ ਕੀਤਾ ਤੇ ਇਹਦੇ 'ਚ ਆਪਾ ਵਿਰੋਧ ਵੀ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਹੈਗਾ, ਕਿਉਂਕਿ ਬੰਦਾ ਪੋਲੀਟੀਕਲ ਤਾਂ ਉਸ ਰੂਪ ਦੇ ਵਿੱਚ ਹੈ ਨਹੀਂ ਸੀ। ਉਹ ਇੱਕ ਸਿੰਗਰ ਸੀ, ਥੋੜ੍ਹੇ ਬਹੁਤ ਲਫ਼ਜ਼ ਜਿਹੜੇ ਘੱਟ ਲੈਂਦਾ ਸੀ ਮਾਰਕੀਟ ਦੇ ਐਂਗਲ ਤੋਂ ਆਪਣੇ ਤਰੀਕੇ ਦੇ ਨਾਲ, ਤੇ ਪਰ ਉਹਨੂੰ ਇਸ ਤਰ੍ਹਾਂ ਪੇਸ਼ ਕਰ ਦੇਣਾ ਵੀ ਬਹੁਤ ਪੱਧਰ ਦੇ ਉੱਤੇ ਉਹ ਉਹਦੇ 'ਚ ਇੱਕ ਸੰਚਾਰ ਹੋ ਚੁੱਕਾ ਸੀ। ਉਹ ਸਮਝ ਗਿਆ ਸੀ ਪੰਜਾਬ ਦੀ ਜਾਂ ਦੇਸ਼ ਦੀ ਰਾਜਨੀਤੀ ਨੂੰ, ਇੱਦਾਂ ਦੀ ਕੋਈ ਗੱਲ ਨਹੀਂ। ਇਹ ਤਾਂ ਥੋੜ੍ਹੇ ਬਹੁਤ ਲਫ਼ਜ਼ ਹੁੰਦੇ ਆ, ਉਹ ਲਫ਼ਜ਼ ਜਿਹੜੇ ਆ ਉਹ ਕੋਈ ਸਿਧਾਂਤਕਾਰੀ ਨਹੀਂ ਪੇਸ਼ ਕਰਦੇ। ਉਹ ਗਾਣਾ ਕੋਈ ਸਿਧਾਂਤ ਨਹੀਂ ਹੈ ਵੀ ਇਹਦੇ ਤੇ ਕੋਈ ਇੰਨੀ ਲੰਬੀ ਥੋੜ੍ਹੀ ਗੱਲਬਾਤ ਕੀਤੀ ਜਾਵੇ, ਰੁਟੀਨ ਦੀ ਗੱਲਬਾਤ। ਦਸਾਂਝ ਸਾਹਿਬ, ਚਲੋ ਹੁਣ ਖਬਰਾਂ ਦਾ ਸਮਾਂ ਤਾਂ ਆਪਣਾ ਕਿਹਾ ਖਤਮ। ਉਹ ਦੋ ਖਬਰਾਂ ਹੋਰ ਸੀ ਵੱਡੀਆਂ। ਇੱਕ ਤਾਂ ਪੰਚਾਇਤਾਂ ਦੇ ਮਾਮਲਿਆਂ ਦੇ ਵਿੱਚ ਖੇਤੀਬਾੜੀ ਦਾ ਘਟਾਲਾ ਵੀ ਸਾਰੀ, ਇੱਕ ਖੇਤੀਬਾੜੀ ਦਾ ਘਟਾਲਾ ਵੀ ਜਿਹੜਾ ਵਾ ਉਹ ਲਗਾਤਾਰ ਅੱਜ ਕੱਲ੍ਹ ਹਾਈਲਾਈਟ ਹੋ ਰਿਹਾ। ਉਹਦੇ ਵਿੱਚ ਕਿਹਾ ਜਾ ਰਿਹਾ ਕਿ ਜਿਹੜੇ ਨਾਭਾ ਵਾਲੇ ਖੇਤੀਬਾੜੀ ਮੰਤਰੀ ਬਣੇ ਸੀ ਚੰਨੀ ਦੇ ਵੇਲੇ, ਉਹਨਾਂ ਨੇ ਵੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਹਦੇ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ। ਇੱਕ ਸਿੰਜਾਈ ਘਟਾਲੇ ਦਾ ਵਾਹਵਾ ਰੌਲਾ ਪਿਆ ਹੋਇਆ, ਉਹ ਦੁਬਾਰਾ ਉੱਠ ਰਿਹਾ ਆ, ਜਿਸ 'ਚ ਸੁੱਖ ਸਰਕਾਰੀਆ ਦਾ ਨਾਂ ਚੱਲ ਰਿਹਾ, ਤੇ ਇੱਕ ਆ ਰਿਹਾ ਬਜਟ। ਇਹ ਤਿੰਨ ਚੀਜ਼ਾਂ ਫਿਰ ਨਵੇਂ ਸਿਰੇ ਤੋਂ ਮਾਨ ਸਰਕਾਰ ਦੀ ਵਾਪਸੀ ਦਾ, ਜੇ ਕਿਤੇ ਥੋੜ੍ਹਾ ਬਹੁਤਾ ਨੁਕਸਾਨ ਲੱਗਦਾ ਆਪਾਂ ਨੂੰ ਸੰਗਰੂਰ ਵਾਲੇ ਕੰਮ 'ਚ, ਜਿੱਦਾਂ ਆਪਾਂ ਸੋਚ ਰਹੇ ਹਾਂ, ਹਾਰਨ ਦੀ ਗੱਲ ਨਹੀਂ ਕਰ ਰਹੇ ਆਪਾਂ, ਉਹਨਾਂ ਨੂੰ ਲੱਗਦਾ ਕਿ ਲੋਕ ਥੋੜ੍ਹੇ ਨਿਰਾਸ਼ ਨੇ ਤੇ ਮੁੜ ਉਹਨਾਂ ਨੂੰ ਆਪਣੇ ਨੇੜੇ ਕਰਨ ਲਈ ਇਹ ਯਤਨ ਕੁਛ ਇਸ ਤਰ੍ਹਾਂ ਦਾ ਕਰਕੇ ਨੇੜੇ ਲਿਆਂਦਾ ਜਾ ਸਕਦਾ, ਜਾਂ ਕਰਨਗੇ ਯਤਨ।
ਬਜਟ ਦੇ ਵਿੱਚ ਕੁਝ ਐਸਾ ਹੋ ਸਕਦਾ ਹੈ ਜਿਹਦੇ ਨਾਲ ਕੁਝ ਲੋਕਾਂ ਨੂੰ ਰਾਹਤ ਮਿਲੇ? ਸਿੰਪਲ ਜੀ ਗੱਲ ਹੈ, ਨਤੀਜਾ ਕੀ ਆਉਂਦਾ ਕੀ ਨਹੀਂ ਆਉਂਦਾ, ਮੈਂ ਤਾਂ ਇਹ ਮੰਨ ਕੇ ਚੱਲਦਾ ਕਿ ਸੰਗਰੂਰ ਦੇ ਵਿੱਚ ਜੇ ਮਾਈਨਰ ਜਿਹੜਾ ਮਾਰਜਨ ਦੇ ਨਾਲ ਵੀ ਜਿੱਤ ਜਾਂਦੀ ਆਮ ਆਦਮੀ ਪਾਰਟੀ, ਤਾਂ ਇਹ ਕਿਹਾ ਜਾਏਗਾ ਕਿ ਉਹਨਾਂ ਨੇ ਆਪਣੀ ਸੀਟ ਤਾਂ ਬਚਾ ਲਈ, ਪਰ ਇਹ ਜ਼ਰੂਰ ਕੁਐਸਚਨ ਉੱਠੇਗਾ ਕਿ ਹਾਂ ਆਮ ਆਦਮੀ ਪਾਰਟੀ ਦਾ ਗ੍ਰਾਫ ਕਿੰਨਾ ਮਹੀਨਿਆਂ 'ਚ ਇੰਨਾ ਕਿਵੇਂ ਡਿੱਗਿਆ। ਸੋ ਇਸ ਕਰਕੇ ਅਗਲੇ ਜਿਹੜੇ ਲਗਭਗ ਪੌਣੇ 5 ਸਾਲ ਦੀ ਹੁਕੂਮਤ ਜਿਹੜੀ ਆਮ ਆਦਮੀ ਪਾਰਟੀ ਦੇ ਕੋਲ ਦੀ ਹੈਗੀ ਆ, ਉਹਦੇ ਲਈ ਵੱਡੇ ਚੈਲੰਜ ਖੜੇ ਹੋ ਜਾਣਗੇ। ਫਿਰ ਇਸ ਤਰ੍ਹਾਂ ਦੇ ਜਿਹੜੇ ਕੰਮ ਹੈਗੇ ਆ, ਕੋਈ ਘੁਟਾਲਿਆਂ ਦਾ ਮਾਮਲਾ ਜਿੱਦਾਂ ਸੀਗਾ, ਤੇ ਫਿਰ ਜਿਹੜਾ ਬਜਟ ਦੀ ਤੁਸੀਂ ਜ਼ਿਕਰ ਕੀਤੀ ਹੈ, ਉਹਦੇ 'ਚ ਬਹੁਤ ਸਹਿਰਦਤਾ ਦੇ ਨਾਲ ਕੰਮ ਕਰਨਾ ਪਏਗਾ। ਤੇ ਜਿਸ ਢੰਗ ਦੇ ਨਾਲ ਇਸ਼ਤਿਹਾਰਬਾਜ਼ੀ ਹੋ ਰਹੀ ਹੈ, ਉਹਦੇ ਤੋਂ ਬਚਣ ਦੀ ਜ਼ਰੂਰਤ ਰਹੇਗੀ। ਕਾਲੀ ਦੇ ਵਿੱਚ ਗਲਤੀਆਂ ਵੀ ਬਹੁਤ ਸਾਰੀਆਂ ਕਰ ਰਹੇ ਨੇ। ਉਹਨਾਂ ਦੇ ਆਫੀਸ਼ੀਅਲ ਪੇਜ ਤੇ ਜਦੋਂ ਇਕਬਾਲ ਸਿੰਘ ਲਾਲਪੁਰਾ ਦਾ ਫੋਟੋ ਛਪ ਜਾਂਦੀ ਹੈ ਤੇ ਉਹਨੂੰ ਇਹ ਦਰਸਾ ਦਿੱਤਾ ਜਾਂਦਾ ਵੀ ਭ੍ਰਿਸ਼ਟਾਚਾਰ ਤੇ ਵੀ ਗ੍ਰਿਫਤਾਰ ਕੀਤਾ ਹੋਇਆ, 2 ਘੰਟਿਆਂ ਬਾਅਦ ਉਹ ਤਸਵੀਰ ਦਿਖਾਉਣੀ ਪੈਂਦੀ ਹੈ। ਮਤਲਬ ਇੱਦਾਂ ਦੀਆਂ ਕੁਤਾਹੀਆਂ ਤੋਂ ਬਚ ਕੇ ਸੀਰੀਅਸਲੀ ਕੰਮ ਕਰਨਾ ਪਏਗਾ। ਜਿਹੜੀਆਂ ਗਰੰਟੀਆਂ ਦਿੱਤੀਆਂ ਹੋਈਆਂ ਉਹਨਾਂ ਨੂੰ ਜਿਵੇਂ ਮਰਜ਼ੀ ਕਰਕੇ ਉਹ ਪੂਰਾ ਕਰਨਾ ਪਏਗਾ। ਤੇ ਓਨੈਸਟੀ ਜਿਹੜੀ ਆ, ਉਹ ਬੜੀ ਇਮਾਨਦਾਰੀ ਨਾਲ ਜਿਹੜੀ ਸਰਕਾਰ ਨੂੰ ਕਰਨਾ ਪਏਗਾ। ਇਹ ਬੜੇ ਵੱਡੇ ਚੈਲੰਜ ਨੇ। ਸੰਗਰੂਰ ਨੇ ਵੀ ਇਹ ਚੈਲੰਜ ਸਾਡੇ ਸਾਹਮਣੇ ਰੱਖ ਦਿੱਤੇ ਆ। ਬਾਕੀ ਨਤੀਜਾ ਉਸ ਤੋਂ ਬਾਅਦ ਸੰਗਰੂਰ ਇਲੈਕਸ਼ਨ ਦਾ ਹੋਰ ਕੋਈ ਅਸਰ ਹੋਵੇ ਨਾ ਹੋਵੇ, ਆਮ ਆਦਮੀ ਪਾਰਟੀ ਨੂੰ ਜ਼ਰੂਰ ਇੱਕ ਇਹਦੇ ਨਾਲ ਝਟਕਾ ਲੱਗੇਗਾ ਔਰ ਉਹਨਾਂ ਨੂੰ ਮੁੜ ਸੋਚਣ ਲਈ ਮਜਬੂਰ ਹੋਣ ਲਈ ਕਰ ਦਿੱਤਾ ਜਾਏਗਾ ਕਿ ਕੀ ਪੋਲੀਟਿਕਸ ਉਹਨਾਂ ਨੇ ਪੰਜਾਬ ਲਈ ਕਰਨੀ ਆ, ਅਤੇ ਜਿਹੜੇ ਦਾਅਵੇ ਅਤੇ ਵਾਅਦੇ ਕੀਤੇ ਨੇ ਉਹਨਾਂ ਨੂੰ ਨਿਭਾਉਣ ਲਈ ਉਹਨਾਂ ਨੂੰ ਕਿੱਥੋਂ ਤੱਕ ਜਾਣਾ ਪਵੇ, ਉਹ ਕਰਨਾ ਪਏਗਾ। ਇਹੀ ਤੁਹਾਡਾ ਮੇਰੇ ਖਿਆਲ ਹੈ, ਅਤੇ ਮੈਂ ਵੀ ਇਹੋ ਸੋਚਦਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਕੱਲ੍ਹ ਦੇ ਪ੍ਰੋਗਰਾਮ 'ਚ ਆਪਾਂ ਦੁਬਾਰਾ ਮਿਲਦੇ ਹਾਂ ਜੀ। ਬਹੁਤ ਧੰਨਵਾਦ। ਖਬਰਾਂ ਤੇ ਪੈਣੀ ਨਿਗਾਹ ਰੱਖਦਾ, ਹਰ ਖਬਰ ਦੀ ਪੁਣਛਾਣ ਕਰਕੇ ਉਸ ਦੀ ਤਹਿ ਤੱਕ ਪਹੁੰਚ